घर घर नेता पहुँच गए ने वोटां लैण वास्ते भी वोट सानू पाओ, तुहाडे सुनहरी भविख लई पार्टी वधिया। कल जो लीडर जंप मार के होर पार्टी जाऊगा, लोगों को पुछूगा कि मैं हुण जावां कि ना जावां। ये तो बिना लोगों को पुछे चले जाते हैं। वोटां लैण लई तां घर घर जाते हैं, पुछ भी लेना लोगों को भी हाँ पे जावां कि ना दूसरी पास पार्टी विच। चलदी असैंबली च बहस चल रही है तो आम आदमी पार्टी का एक बंदा उठ के हाकम पार्टी ते हमला करन दी जगह उन्हां दे चीफ मिनिस्टर नूं जप्फी पा लैंदा, कहंदा तुसीं ते चंगे ही बहुत आ। एक महीना पंजाब दे विच राजनीतिक सट्टा बाजार गर्म रहना, सारिਆਂ ਦੀ कीमत पाई जाती है। जिवें ਉਹਦੇ ਕਿੰਨੇ ਪਿੱਛੇ ਉਹਦੇ ਪਿੱਛੇ ਆ, ਉਹਦੇ ਪੱਲੇ ਕਿੰਨੇ ਗਏ, ਪੈਸੇ ਕਿੰਨੇ ਆ ਤੇ ਬੰਦੇ ਕਿੰਨੇ ਪਿੱਛੇ, ਇਹਦੀ ਕੀਮਤ ਇੰਨੀ ਕੁ ਪਾ ਦਿਓ। ਇਹ ਜੇ ਖੁਦ ਪਾਰਟੀਆਂ ਦੇ ਲੀਡਰਾਂ ਨੂੰ ਨਹੀਂ ਪਤਾ ਕਿ ਸਾਡਾ ਬਲੌਕ ਜਿਹੜਾ, ਸਾਡੇ ਕਬੂਤਰ ਸਵੇਰ ਨੂੰ ਛਤਰੀ ਤੇ ਉਨੇ ਹੀ ਹੋਣਗੇ ਜਾਂ ਕੁਝ ਉੱਡ ਕੇ ਨਾਲ ਦੀ ਛਤਰੀ ਤੇ ਬੈਠੇ ਹੋਣਗੇ। ਕੱਲ ਜਿਹੜਾ ਐਡੇ ਜੋਸ਼ ਦੇ ਨਾਲ ਬਾਹਾਂ ਹਿਲਾ ਹਿਲਾ ਕੇ ਇੱਕ ਪਾਰਟੀ ਨੂੰ ਗਾਲਾਂ ਕੱਢ ਰਿਹਾ, ਕੱਲ ਉਹਨੂੰ डिफेंड कर रहा, अगले दिन उस पार्टी को गालां कढ़ रहा, जिन्होंने पहले दिन डिफेंड कर रहा। इसका मतलब यह है कि कमिटमेंट किते नहीं है, कमिटमेंट अपने नाल आ, पैसे नाल आ, अपनी जायदाद दे नाल, अपने परिवार दे नाल आ। जो डिबेट होंदी है, डिबेट तो पहला ਜਾਂ डिबेट तो बाद ਜਿਹੜੇ ਸ਼ਖਸ ਆਪਸ ਵਿੱਚ ਭਿੜਦੇ ਹੁੰਦੇ ਨੇ ਵਿੱਚ ਬਾਅਦ ਵਿੱਚ ਜਾ ਕੇ ਕਹਿੰਦੇ ਨੇ ਜਾਂ ਆਪਸ ਵਿੱਚ ਮੁਲਾਕਾਤ ਹੁੰਦੀ ਹੈ ਉਹਨਾਂ ਦੀ, ਜੇ ਕੋਈ ਵੀ ਸਿਆਸੀ ਲੀਡਰ ਦਾ ਨੁਮਾਇੰਦਾ ਹੋਵੇ ਵੀ ਠੀਕ ਆ ਤਾਂ ਮੈਂ ਤਾਂ ਬਹੁਤ ਵਧੀਆ ਟੀਵੀ ਤੇ ਬੋਲਿਆ, ਮੈਂ ਬਹੁਤ ਵਧੀਆ ਕੀਤਾ ਜਾਂ ਤੂੰ ਵੀ ਬੜਾ ਵਧੀਆ ਬੋਲਿਆ, ਹੁੰਦੀ ਹੈ। ਆਪਾਂ ਪਿੱਛੇ ਤੇ ਚਾਹ ਪੀਂਦੇ ਹੋਣਗੇ ਇਕੱਠੇ, ਤੁਸੀਂ ਵੀ ਪੀਂਦੇ ਹੋਗੇ ਨਾਲ ਚਾਹ ਪੀਂਦੇ ਆ। ਡਿਬੇਟ ਤੋਂ ਬਾਅਦ ਇਹ ਵੀ ਕਹਿ ਦੂੰ, ਸੌਰੀ ਪ੍ਰਸਾਦ ਸਾਹਿਬ ਮੈਨੂੰ ਕਹਿਣਾ ਪਿਆ ਏ ਕਿਉਂਕਿ ਮੈਂ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ ਸੀ। ਡੋਂਟ ਟੇਕ ਇਟ ਈਜ਼ੀ ਜਿਹਨੂੰ ਕਹਿੰਦੇ ਆ। ਇਹ ਗੱਲਾਂ ਦੇਖੋ ਪਿੰਡਾਂ ਵਿੱਚ ਕਿਉਂ ਇਹਨਾਂ ਨੇ ਹਾਲਾਤ ਕੀਤੇ ਹੋਏ ਨੇ। ਪਿੰਡਾਂ ਵਿੱਚ ਤਾਂ ਇੱਕ ਦੂਜੇ ਦਾ ਲੋਕ ਸਿਰ ਪਾੜਨ ਤੱਕ ਜਾਂਦੇ ਨੇ ਸਿਆਸੀ ਪਾਰਟੀਆਂ ਲੈ ਕੇ, ਤੁਸੀਂ ਕਹਿੰਦੇ ਪਿੱਛੇ ਚਾਹਾਂ ਪੀਂਦੇ ਨੇ। ਉਹ ਗੱਲ ਹੋ ਰਿਹਾ, ਅਸੀਂ ਆਈਡੀਆ ਦੇ ਡਿਫੈਂਡਰ ਆ, ਉਹ ਰੀਅਲ ਪੋਲਿਟਿਕਸ ਦੇ ਡਿਫੈਂਡਰ ਆ। ਕਦੇ ਇਹੋ ਜਿਹਾ ਹੋਇਆ ਵੀ ਟੀਵੀ ਚੈਨਲ ਤੇ ਜਾ ਕੇ ਵੀ ਕੋਈ ਸ਼ਖਸ ਨੇ ਤੁਹਾਨੂੰ ਪੁੱਠਾ ਬੋਲਤਾ ਹੋਵੇ, ਬਾਅਦ ਚ ਕਿਹਾ ਹੋਵੇ, ਮਾਫੀ ਮੰਗੀ ਹੋਵੇ, ਜਾਂ ਆਪਸ ਵਿੱਚ ਸਿਆਸੀ ਪਾਰਟੀਆਂ ਜੋ ਨੇ ਬੜਿਆ ਦੇਖਦਾ ਗਾਲ ਗਲੋਚ ਵੀ ਹੋ ਜਾਂਦੀ ਹੈ, ਬਾਅਦ ਚ ਬੀਪਾ ਨਾਲ ਲਾ ਕੇ ਚਲਾਉਂਦੇ ਨੇ, ਸੋਸ਼ਲ ਮੀਡੀਆ ਤੇ ਵੀ ਚੱਲਦੀਆਂ ਨੇ ਜਾਂ ਟੀਵੀ ਚੈਨਲ ਤੇ ਵੀ ਚੱਲਦੀਆਂ ਨੇ। ਫਿਰ ਹੁੰਦੀ ਪਿੱਛੇ ਜਾ ਕੇ ਚਰਚਾ ਅੱਜ ਤਾਂ ਬੜਾ ਮੈਂ ਪੁੱਠਾ ਬੋਲਿਆ, ਜਾਂ ਕਾਂਗਰਸ ਦਾ ਲੀਡਰ ਸ਼੍ਰੋਮਣੀ ਅਕਾਲੀ ਦਲ ਕੋਲ ਮਾਫੀ ਮੰਗ ਰਿਹਾ, ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕੋਲ ਮਾਫੀ ਮੰਗ ਰਿਹਾ ਵੀ ਬਹੁਤ ਗਲਤ ਬੋਲਿਆ ਗਿਆ, ਉਹਨੂੰ ਛੱਡ ਦਿਓ। ਦੱਸਦਾ ਹਾਲਾਤ ਹੁਣ ਤੁਸੀਂ ਬਹੁਤੇ ਪੋਤੜੇ ਫੋਲਣ ਵਾਲੇ ਆ ਵਿਜੇ ਜੀ, ਬਹੁਤ ਖੋਲਦੇ ਆ। ਕਈਆਂ ਨੇ ਕਿਹਾ ਜਾ ਕੇ ਬਹੁਤ ਗਲਤ ਹੋ ਗਈ, ਗਲਤ ਹੋ ਗਈ, ਦਿਲ ਦੇ ਨਾਲ ਆਏ ਫਲਾਣਾ। ਮੈਨੂੰ ਉਹਨਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਮੈਂ ਕਾਫੀ ਉਸ ਗੱਲੋਂ ਥਿਕ ਸਕਿੰਡ ਹੈ। ਇੱਕ ਵਾਰੀ ਰਿਕਾਰਡ ਹੋ ਰਹੇ ਸਟੂਡੀਓ ਦੇ ਵਿੱਚ ਦੋ ਸਪੀਕਰ, ਦੋ ਅਲੱਗ-ਅਲੱਗ ਪਾਰਟੀਆਂ ਦੇ ਹੂਰੋ ਮੁੱਕੀ ਹੋ ਗਏ, ਕੁੱਟ ਕਟਈਆ ਹੋ ਗਿਆ ਕਿ ਥੱਲੇ ਵੀ ਡਿੱਗ ਪਿਆ। ਉਹ ਚੰਗੀ ਗੱਲ ਹੈ ਕਿ ਉਹਨਾਂ ਨੇ ਚਲਾਇਆ ਨਹੀਂ। ਹਾਲਤ ਤੇ ਇੱਥੇ ਤੱਕ ਹੋ ਜਾਂਦੀ ਹੈ। ਕਿਸੇ ਲੀਡਰ ਨੇ ਤੁਹਾਨੂੰ ਕਿਹਾ ਵੀ ਮੈਨੂੰ ਤਾਂ ਇੰਨੇ ਕਰੋੜ ਮਿਲਦੇ ਨੇ, ਜਾਵਾਂ ਕਿ ਨਾ ਜਾਵਾਂ ਕੋਈ ਸਿਆਸੀ ਪਾਰਟੀ ਜੀ ਦੂਜੀ ਸਿਆਸੀ ਪਾਰਟੀ ਵਾਲੇ ਪਾਸੇ? ਪਰ ਇਹ ਗੱਲ ਮੇਰੇ ਕੋਲ ਜ਼ਰੂਰ ਆਈ ਵੀ ਕੋਈ ਬੰਦਾ ਉਹਦੇ ਕੋਲ ਕੋਈ ਲੈ ਕੇ ਆਇਆ ਸੀ 100 ਕਰੋੜ, ਕੋਈ 200 ਕਰੋੜ, ਜਿਹਦੇ ਤੇ ਭਰੋਸਾ ਕੀਤਾ ਜਾਂਦਾ। ਉੱਥੋਂ ਮੈਨੂੰ ਅੰਦਾਜ਼ਾ ਲੱਗਦਾ ਕਿ ਜਦੋਂ ਮੁੱਲ ਪੈਂਦੇ ਆ, ਜਿਹੜੀ ਮੈਂ ਕਹਿੰਦਾ ਆ ਰਾਜਨੀਤਿਕ ਸੱਟਾ ਬਾਜ਼ਾਰ ਚੱਲਿਆ ਹੋਇਆ, ਹੁਣ ਸਾਰੀਆਂ ਬੰਦਿਆਂ ਦੇ ਮੁੱਲ ਪੈ ਰਹੇ ਆ ਜਿਹੜੇ, ਉਹ ਬੜਾ ਗਰਮ ਆ ਇਸ ਵੇਲੇ, ਤੇ ਇਹੋ ਜਿਹੀਆਂ ਬੋਲੀਆਂ ਤੇ ਲੱਗਦੀਆਂ। ਟੀਵੀ ਚੈਨਲ ਵਾਲੇ ਨੇ ਕਿਹਾ ਵੀ ਇਹਦੇ ਪੱਖ 'ਚ ਬੋਲਣਾ, ਉਹਦੇ ਪੱਖ 'ਚ ਨਹੀਂ ਬੋਲਣਾ, ਇਹਦੇ ਪੱਖ 'ਚ ਗੱਲ ਕਰਨੀ, ਉਹਦੇ ਪੱਖ 'ਚ ਗੱਲ ਨਹੀਂ ਕਰਨੀ। ਉਹ ਆਪਣੀਆਂ ਆਰਗੂਮੈਂਟ ਤੋਂ ਇਹ ਜ਼ਰੂਰ ਇੰਪ੍ਰੈਸ਼ਨ ਦੇ ਜਾਂਦੇ ਆ ਕਿ ਮੈਂ ਇੱਥੇ ਕਿਤੇ ਖੜਾ। ਕੋਈ ਦੀਨੀ ਮਾਨ ਹੁੰਦਾ ਇਹਨਾਂ ਦਾ, ਜਾਂ ਪਾਰਟੀਆਂ ਦੇ ਸਿਆਸਤਦਾਨਾਂ ਨੇ ਲਿਆ ਵੀ ਸਾਡੀ ਸੀਟ ਪੱਕੀ ਰਹਿ ਜਾਵੇ। ਸ਼੍ਰੋਮਣੀ ਅਕਾਲੀ ਦਲ ਵਿੱਚ ਨਾ ਸੀ, ਕਾਂਗਰਸ ਵਿੱਚ ਨਾ ਸੀ, ਬੀਜੇਪੀ 'ਚ ਨਾ ਸੀ, ਆਮ ਆਦਮੀ ਪਾਰਟੀ ਦੇ ਵਿੱਚ। ਜਿੱਥੇ ਤੁਹਾਨੂੰ 5 ਲੱਖ ਦਾ ਖਰਚਾ ਸੀ ਤੁਸੀਂ 5 ਕਰੋੜ ਕਰਤਾ, ਜਿੱਥੇ ਤੁਹਾਨੂੰ 1 ਕਰੋੜ ਦਾ ਖਰਚਾ ਸੀ ਤੁਸੀਂ 50 ਕਰੋੜ ਕਰਤਾ। ਜੇ ਤੁਸੀਂ ਪਹਿਲਾਂ ਹੀ ਇੰਨਾ ਖਰਚਾ ਕੀਤਾ ਤੇ ਉਹ ਕਿੱਥੋਂ ਕਰੋਗੇ? ਘਰੋਂ ਤੇ ਕਰੋਗੇ ਨਹੀਂ, ਘਰੋਂ ਤੇ ਹੁੰਦੇ ਵੀ ਨਹੀਂ ਹੈ। ਉਹ ਜਿਨ੍ਹਾਂ ਕੋਲ ਲੈ ਕੇ ਕੀਤਾ ਉਹਨਾਂ ਨੇ ਕਹਿਣਾ ਮੇਰਾ ਕੰਮ ਕਰ, ਪੁੱਠੇ ਸਿੱਧੇ ਕੰਮ ਕਰ। ਉਹ ਫਿਰ ਸਾਰੇ ਹੀ ਪਾਰਟੀਆਂ ਜਿਹੜੀਆਂ ਬਾਰ-ਬਾਰ ਬਦਲਦੇ ਤੁਸੀਂ ਗੱਲ ਕਹਿੰਦੇ ਆ, ਇਸ ਕਰਕੇ ਸਾਡੀ ਰਾਜਨੀਤਿਕ ਜਮਾਤ ਪੂਰੀ ਦੀ ਪੂਰੀ ਉਹ ਮਾਰਕੀਟ 'ਚ ਖੜੀ ਆ। ਕੋਈ ਪਾਰਟੀ ਉਹਨਾਂ ਨੂੰ ਲੈ ਜੇ, ਪਰ ਜਿਹੜਾ ਉਹਨੇ ਗਲਤ ਕੰਮ ਕੀਤੇ ਉਹ ਐਕਸਪੋਜ਼ਰ ਸਰਸਾ ਕਿਉਂ ਗਿਆ? ਉਹਦੇ ਉਹੀ 65 ਲੱਖ ਦੀ ਗੱਲ ਸੀ ਨਾ, ਜਿਹੜੀ ਉਹਨਾਂ ਨੇ ਕੋਈ ਝੂਠੀ ਜਾਂ ਸੱਚੀ FIR ਦਰਜ ਕੀਤੀ। ਉਹਨਾਂ ਕਹਾ ਚੱਲ ਉਹ ਦੇਖ ਲੈ ਜੇਲ੍ਹ, ਨਹੀਂ ਤੇ ਇੱਧਰ ਆ ਜਾ। ਇਹ ਸਮੁੱਚੇ ਤੁਸੀਂ ਰਾਜਨੀਤਿਕ ਜਮਾਤ ਦਾ ਸਮਝ ਲਓ ਕਿ ਤਕੜਾ ਜਿਹੜਾ ਜਿਉਂ ਹੀ ਅੱਖ ਦਿਖਾਉਂਦਾ ਅਗਲਾ ਰਾਤ ਨੂੰ ਸੌਂਦਾ। ਲੋਕਾਂ ਦਾ ਕੋਈ ਲੈਣ ਦੇਣ ਨਹੀਂਗਾ, ਲੋਕਾਂ ਨੂੰ ਕੋਈ ਮਤਲਬ ਨਹੀਂ, ਲੋਕ ਵੋਟ ਪਾਉਂਦੇ ਪਏ, ਲੋਕਾਂ ਦਾ ਕੁਝ ਨਹੀਂ ਹੈਗਾ ਵੀ ਆਪਣੇ ਆਪ ਨੂੰ ਬਚਾਓ। ਮੌਸਮ ਹੈ ਚੋਣਾਂ ਦਾ, ਕਈ ਸਿਆਸੀ ਪਾਰਟੀਆਂ ਦੇ ਵਿਅਕਤੀ ਪਾਰਟੀਆਂ ਛੱਡ ਕੇ ਦੂਸਰੀ ਪਾਰਟੀਆਂ ਵਿੱਚ ਜਾਂਦੇ ਨੇ। ਕਈਆਂ ਨੂੰ ਜਗ੍ਹਾ ਨਹੀਂ ਮਿਲੀ, ਕਈਆਂ ਨੂੰ ਟਿਕਟਾਂ ਨਹੀਂ ਮਿਲੀਆਂ, ਕਈ ਕਹਿੰਦੇ ਨੇ ਸਾਡੀ ਹੁਣ ਇਸ ਪਾਰਟੀ ਨਾਲ ਬਣਦੀ ਨਹੀਂ। ਕੋਈ ਇਹ ਸ਼ਖਸ ਕਹਿ ਰਿਹਾ ਵੀ ਉਸ ਪਾਰਟੀ ਦੇ ਵਿੱਚ
ਮੇਰੀ ਚੱਲਦੀ ਨਹੀਂ। ਸਭ ਦੇ ਅਲੱਗ-ਅਲੱਗ ਤਰਕ ਹੁੰਦੇ ਨੇ, ਵਾਅਦੇ ਵੀ ਹੁਣ ਹੋਦੇ ਨੇ ਸਿਆਸੀ ਪਾਰਟੀਆਂ ਵੱਲੋਂ, ਤੇ ਪਾਰਟੀਆਂ ਦੇ ਐਮਐਲਏ ਵੀ ਛੱਡ ਕੇ ਦੂਸਰੀ ਪਾਰਟੀਆਂ ਵੀ ਜਾਦੇ ਨੇ। ਕਈਆਂ ਨੇ ਸਿਆਸਤ ਤੋਂ ਵੀ ਕਿਨਾਰਾ ਕਰ ਲਿਆ ਵੀ ਸਾਡੇ ਵਾਸ ਦੀ ਗੱਲ ਨਹੀਂ ਹੈਗੀ। ਪਰ ਹੁਣ ਸਭ ਤੋਂ ਅਹਿਮ ਸਵਾਲ ਹੈ, ਜਦੋਂ ਕੋਈ ਆਮ ਵੋਟਰ ਇੱਕ ਸ਼ਖਸ ਨੂੰ ਵੋਟ ਪਾਉਂਦਾ ਹੈ, ABCD ਕੋਈ ਵੀ ਪਾਰਟੀ ਹੈ ਉਹਨੂੰ ਵੋਟ ਪਾਉਂਦਾ ਹੈ, ਜਦੋਂ ਉਹ ਸ਼ਖਸ ਜਿੱਤਿਆ ਹੋਇਆ ਪਾਰਟੀ ਛੱਡ ਕੇ ਦੂਸਰੇ ਪਾਸੇ ਜਾਂਦਾ ਹੈ ਕਿ ਉਹ ਲੋਕਾਂ ਨੂੰ ਪੁੱਛਦਾ। ਉਹ ਸਭ ਤੋਂ ਦੂਸਰਾ ਸਵਾਲ ਹੈ, ਜਦੋਂ ਘਰ ਘਰ ਜਾ ਕੇ ਵੋਟ ਮੰਗੀ ਜਾਂਦੀ ਹੈ, ਫਿਰ ਕੋਈ ਵੀ MLA ਜਾਂ MP ਕਿਉਂ ਨਹੀਂ ਪੁੱਛਦਾ ਕਿ ਮੈਂ ਉਹਨੂੰ ਦੂਸਰੀ ਪਾਰਟੀ ਵਿੱਚ ਜਾ ਰਿਹਾ, ਹੁਣ ਇਸ ਪਾਰਟੀ ਵਿੱਚ ਮੇਰੀ ਚੱਲਦੀ ਨਹੀਂ ਹੋ, ਇਹ ਪਾਰਟੀ ਦੇ ਜੋ ਆਈਡੀਓਲੋਜੀ ਉਹ ਸਹੀ ਨਹੀਂ ਹੈਗੀ, ਮੈਂ ਦੂਸਰੀ ਪਾਰਟੀ ਜਾ ਰਿਹਾ। ਕਿ ਉਹ ਲੋਕਾਂ ਕੋਲ ਪੁੱਛਦਾ, ਵੋਟ ਮੰਗਣ ਦਾ ਲੋਕਾਂ ਕੋਲ ਜਾਂਦਾ ਕਿ ਲੋਕਾਂ ਕੋਲ ਪੁੱਛ ਕੇ ਪਾਰਟੀਆਂ ਬਦਲਦਾ। ਇਹ ਸਭ ਤੋਂ ਅਹਿਮ ਸਵਾਲ ਹੈ ਕਿ ਲੋਕ ਵੀ ਸਵਾਲ ਕਰਨਗੇ, ਤੁਸੀਂ ਤਾਂ ਕੱਲ ਹੋਰ ਪਾਰਟੀ ਵਿੱਚ ਸੀ, ਅਸੀਂ ਵੋਟਾਂ ਉਧਰ ਪਾਤੀਆਂ, ਤੁਸੀਂ ਅੱਜ ਇਹ ਪਾਰਟੀ ਵਿੱਚ ਆ ਗਏ ਹੋ, ਤੇ ਕਿਉਂ ਵੋਟਾਂ ਪਾਈਏ, ਜਾਂ ਸਵਾਲ ਵੀ ਕਰੋਗੇ ਕਦੇ। ਇਸ ਉੱਪਰ ਚਰਚਾ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ, ਬੁੱਧੀਜੀਵੀ ਨੇ। ਟੀਵੀਆਂ ਤੇ ਹਮੇਸ਼ਾ ਨੂੰ ਦੇਖਿਆ ਜਾਂਦਾ, ਟੀਵੀਆਂ ਵਿੱਚ ਜਾ ਕੇ ਬੋਲਦੇ ਨੇ, ਆਦੀ ਗੱਲ ਰੱਖਦੇ ਨੇ, ਰਾਜਨੀਤਿਕ ਪੱਖੋਂ ਵੀ ਗੱਲ ਰੱਖਦੇ ਨੇ। ਤਾਂ ਇਹਨਾਂ ਕੋਲ ਹੀ ਪੁੱਛਾਂਗੇ, ਜਦੋਂ ਕਿਸੇ ਵਿਅਕਤੀ ਨਾਲ ਡਿਬੇਟ ਹੁੰਦੀ ਹੈ ਟੀਵੀ 'ਚ ਬੈਠ ਕੇ, ਚਾਹੇ ਆਮ ਆਦਮੀ ਪਾਰਟੀ ਦਾ, ਚਾਹੇ ਕਾਂਗਰਸ ਦਾ, ਚਾਹੇ BJP ਦਾ, ਚਾਹੇ ਅਕਾਲੀ ਦਲ ਦਾ, ਉਹ ਝੱਟ ਕਿੱਦਾਂ ਥੱਲੋਂ ਉਸਦੇ ਨੇਮ ਪਲੇਟ ਬਦਲੀ ਜਾਂਦੀ ਹੈ। ਉਹ ਬਾਅਦ 'ਚ ਸਵਾਲ ਵੀ ਕਰਦੇ ਨੇ, ਭਾਈ ਤੂੰ ਦੱਸ ਸਕਦੇ ਕਿਹੜੀ ਪਾਰਟੀ 'ਚ ਸ਼ਾਮਲ ਹੋ ਗਿਆ, ਉਹ ਕਿਹਦੀ ਗੱਲ ਕਰ ਰਿਹਾ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਨੇ, ਆਪਾਂ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਬਹੁਤ ਬਹੁਤ ਧੰਨਵਾਦ ਜੀ। ਸਰ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਜਦੋਂ ਵੀ ਕੋਈ ਸਿਆਸੀ ਪਾਰਟੀ 'ਚ ਕੋਈ ਵਿਅਕਤੀ ਜਾਂਦਾ ਹੈ, ਇੱਕ MLA MP ਨੂੰ ਵੋਟਾਂ ਮਿਲਦੀਆਂ ਨੇ, ਉਹ ਚਾਹੇ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਹੋਵੇ, ਜੋ ਪਾਰਟੀ 'ਚ ਦੂਜੇ ਪਾਸੇ ਸ਼ਿਫਟ ਕਰਦਾ, ਵੋਟਾਂ ਮੰਗਦਾ ਲੋਕਾਂ ਕੋਲ ਜਾਂਦਾ ਕਿ ਲੋਕਾਂ ਦੀ ਰਾਏ ਹੁੰਦੀ ਹੈ ਕਿ ਉਹਦੀ ਮਨ ਮਰਜ਼ੀ ਕੀਤੀ, ਜਦੋਂ ਨੂੰ ਮਰਜ਼ੀ ਚਲਾ ਗਿਆ। ਬੜੀ ਹੈਰਾਨੀ ਦੀ ਗੱਲ ਹੈ ਵਿਜੇ ਕਿ ਐਵੇਂ ਲੱਗਦਾ ਕਿ ਜਿਹੜੇ ਪਾਰਟੀਆਂ ਦੇ ਕਾਰਕੁਨ ਆ ਉਹ ਹੁਣ ਪਾਰਟੀਆਂ ਦੇ ਵਕੀਲ ਬਣੇ ਆ। ਤੇ ਵਕੀਲ ਦਾ ਮਤਲਬ ਕੀ ਹੁੰਦਾ, ਉਹੀ ਵਕੀਲ ਅੱਜ ਇਸ ਪਾਸੇ ਆ ਤੇ ਉਹਨੇ ਇੱਥੋਂ ਵੀ ਫੀਸ ਲੈਣੀ ਆ, ਜਦੋਂ ਦੂਜੇ ਪਾਸੇ ਚਲੇ ਜਾਣਾ ਉਧਰੋਂ ਵੀ ਫੀਸ ਲੈ ਲੈਣੀ ਆ, ਤੇ ਕੇਸ ਇੱਕੋ ਹੀ ਹੈ। ਇਹ ਤੁਹਾਡੇ ਸਾਹਮਣੇ ਚੱਲਦਾ। ਸਭ ਤੋਂ ਹੈਰਾਨੀ ਦੀ ਗੱਲ ਜਿਹੜੀ ਟਿਪੀਕਲ ਕਲਾਸੀਕਲ ਹੈ, ਜਿਹੜੇ ਦੁਨੀਆ ਆਉਣ ਵਾਲੇ ਸਮੇਂ 'ਚ ਯਾਦ ਰੱਖੂਗੀ, ਚੱਲਦੀ ਅਸੈਂਬਲੀ 'ਚ ਬਹਿਸ ਚੱਲ ਰਹੀ ਆ ਤੇ ਆਮ ਆਦਮੀ ਪਾਰਟੀ ਦਾ ਇੱਕ ਬੰਦਾ ਉੱਠ ਕੇ ਹਾਕਮ ਪਾਰਟੀ ਤੇ ਹਮਲਾ ਕਰਨ ਦੀ ਜਗ੍ਹਾ ਉਹਨਾਂ ਦੇ ਚੀਫ ਮਿਨਿਸਟਰ ਨੂੰ ਜੱਫੀ ਪਾ ਲੈਂਦਾ, ਕਹਿੰਦਾ ਤੁਸੀਂ ਤੇ ਚੰਗੇ ਹੀ ਬਹੁਤ ਆ। ਜਾਣੀ ਇਹ ਤੇ ਫੁੱਲ ਪਬਲਿਕ ਵਿਊ ਦੇ ਵਿੱਚ ਹੋਇਆ, ਇਹ ਤੇ ਕਿਸੇ ਦੇ ਲੁਕੇ ਛਿਪੇ ਨਹੀਂ ਹੋਇਆ। ਤੇ ਕਿਵੇਂ ਹੁੰਦਾ ਆ ਜਦੋਂ ਵੀ ਚੋਣਾਂ ਆਉਂਦੀਆਂ ਵਿਜੇ, ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਹਾਲਤ ਇਹ ਬਣੀ ਆ ਕਿ ਬਿਲਕੁਲ ਜਿਵੇਂ ਮੰਡੀ ਲੱਗਦੀ ਆ, ਜਾਂ ਤੁਸੀਂ ਕਹਿ ਲਓ ਕਿ ਰਾਜਨੀਤਿਕ ਸੱਟਾ ਬਾਜ਼ਾਰ ਐਨ ਗਰਮ ਆ। 1 ਮਹੀਨਾ ਪੰਜਾਬ ਦੇ ਵਿੱਚ ਰਾਜਨੀਤਿਕ ਸੱਟਾ ਬਾਜ਼ਾਰ ਗਰਮ ਰਹਿਣਾ, ਸਾਰਿਆਂ ਦੀ ਕੀਮਤ ਪਾਈ ਜਾਂਦੀ ਹੈ। ਜਿਵੇਂ ਉਹਦੇ ਕਿੰਨੇ ਕੁ ਪਿੱਛੇ, ਉਹਦੇ ਪਿੱਛੇ ਆ, ਉਹਦੇ ਪੱਲੇ ਕਿੰਨੇ ਗਏ, ਪੈਸੇ ਕਿੰਨੇ ਆ, ਤੇ ਬੰਦੇ ਕਿੰਨੇ ਪਿੱਛੇ, ਇਹਦੀ ਕੀਮਤ ਇੰਨੀ ਕੁ ਪਾ ਦਿਓ, ਚੱਕੋ ਉੱਧਰ ਥੱਲੋਂ। ਉਹ ਵੀ ਤਿਆਰ ਹੀ ਬੈਠਾ, ਹਰ ਕੋਈ ਆਪਣੀ ਨਾ ਡਾਂਗ ਦੇ ਨਾਲ ਗੁਥਲੀ ਪਿੱਛੇ ਜਿਹੜੇ ਬੰਨ੍ਹਦੇ ਹੁੰਦੇ ਸੀਗੇ, ਆਪਣੀ ਝੋਲਾ ਬੰਨ੍ਹ ਕੇ ਚੱਲੇ ਹੀ ਆ ਵੀ ਜਿਹੜੀ ਬੈਠੇ ਮਾਰਕੀਟ 'ਚ ਬੈਠੇ, ਬਾਜ਼ਾਰ 'ਚ ਬੈਠੇ, ਕੋਈ ਕਮਿਟਮੈਂਟ ਨਹੀਂ। ਇਸੇ ਕਰਕੇ ਤੇ ਦੇਸ਼ ਦੇ ਲੈਵਲ ਤੇ ਵੀ ਤੇ ਪੰਜਾਬ ਦੇ ਅੰਦਰ ਵੀ ਪੱਠਾ ਕਿਉਂ ਬੈਠਾ, ਰਾਜਨੀਤਿਕ ਲੋਕਾਂ ਨੇ ਰਲ ਕੇ ਉਹ ਇੱਕ ਜੁੰਡਲੀ ਬਣ ਚੁੱਕੀ ਆ, ਇੱਕ ਪੂਰਾ ਮਾਫੀਆ ਨੁਮਾ ਰਾਜਨੀਤੀ ਸਾਡੀ ਬਣ ਚੁੱਕੀ ਆ, ਤੇ ਉਹ ਆਪਸ ਵਿੱਚ ਇੱਕ ਪੂਰੀ ਜਮਾਤ ਆ। ਇਸੇ ਕਰਕੇ ਸਾਨੂੰ ਭੁਲੇਖਾ ਪੈਂਦਾ, ਕਈ ਵਾਰੀ ਤਾਂ ਉਹਨਾਂ ਦੇ ਆਪਣੇ ਲੀਡਰਾਂ ਨੂੰ ਭੁਲੇਖਾ ਪੈ ਜਾਂਦਾ। ਔਰ ਜਦੋਂ ਸੁਖਬੀਰ ਬਾਦਲ ਹੋਣਾ ਨੇ ਹੁਣ ਇੰਟਰਵਿਊ ਦਿੱਤੀ ਹੈ, ਉਹ ਦਿਖਾ ਰਹੇ ਸੀ, ਆ ਦੇਖੋ ਜੀ ਪਰਸੋਂ ਤੇ ਮੈਨੂੰ ਇਹਨੇ ਅਜੇ WhatsApp ਕੀਤਾ ਕਿ ਮੇਰੇ ਕੰਨ ਤੇ ਗੋਲੀ ਰੱਖੀ ਹੋਈ ਹੈ, ਬੰਦੂਕ ਰੱਖੀ, ਇਹੋ ਜੀ ਮਤਲਬ ਵੀ ਮੈਨੂੰ ਦਬਾ ਰਹੇ ਹੈ ਕਿ ਜਾਂ ਤੇ ਤੂੰ ਜੇਲ੍ਹ ਦੇ ਅੰਦਰ ਚਲੇ ਜਾ ਜਾਂ ਸਾਡੇ ਵੱਲ ਆ ਜਾ। ਉਹਨੂੰ ਲੱਗਾ ਜੇਲ੍ਹ 'ਚ ਮੱਛਰ ਲੜੂਗਾ, ਆਪਾਂ ਇਹਨਾਂ ਵੱਲ ਹੀ ਚਲੇ ਜਾਂਦੇ ਹਾਂ, ਨਾਲੇ ਪ੍ਰੋਟੈਕਸ਼ਨ ਮਿਲਦੀ ਆ, ਗਾਂ ਤੋਂ ਅਜੇ ਲੰਮੀ ਦੇਰ ਤੱਕ ਪ੍ਰੋਟੈਕਸ਼ਨ ਮਿਲੂਗੀ। ਇਹ ਜੇ ਖੁਦ ਪਾਰਟੀਆਂ ਦੇ ਲੀਡਰਾਂ ਨੂੰ ਨਹੀਂ ਪਤਾ ਕਿ ਸਾਡਾ ਫਲੌਕ ਜਿਹੜਾ, ਸਾਡੇ ਕਬੂਤਰ ਸਵੇਰ ਨੂੰ ਛਤਰੀ ਤੇ ਉਨੇ ਹੀ ਹੋਣਗੇ ਜਾਂ ਕੁਝ ਉੱਡ ਕੇ ਨਾਲ ਦੀ ਛਤਰੀ ਤੇ ਬੈਠੇ ਹੋਣਗੇ, ਇਹ ਬੜੀ ਦੁਖਦਾਈ ਗੱਲ ਹੈ। ਪਰ ਇਹਦੇ ਜ਼ਿੰਮੇਵਾਰ ਇਹ ਲੀਡਰ ਆ ਜਿਨ੍ਹਾਂ ਨੇ ਪਾਰਟੀ ਦੇ ਨਾ ਤੇ ਲੋਕਾਂ ਨਾਲ ਉਹਨਾਂ ਦੀ ਕਮਿਟਮੈਂਟ ਕਦੀ ਟੈਸਟ ਕੀਤੀ, ਨਾ ਉਹਨਾਂ ਨੇ ਕਦੀ ਉਹਨਾਂ ਨੂੰ ਰਾਜਨੀਤਿਕ ਆਪਣੀ ਜੋ ਪਲਾਨ ਹੈਗੀ ਆ ਜਾਂ ਰਾਜਨੀਤਿਕ ਕਮਿਟਮੈਂਟ ਹੁੰਦੀ ਆ ਜਾਂ ਇੱਕ ਆਈਡੀਓਲੋਜੀ ਹੁੰਦੀ, ਵਿਚਾਰਧਾਰਾ, ਉਹਦੇ ਤੇ ਕੁਝ ਹੈ ਹੀ ਨਹੀਂ। ਭੇਡਾਂ ਬੱਕਰੀਆਂ ਵਾਂਗੂ ਖਰੀਦੋ ਫਰੋਖਤ ਹਰ ਵਾਰ ਇਲੈਕਸ਼ਨ ਦੇ ਦਿਨਾਂ ਵਿੱਚ ਸ਼ਰੇਆਮ ਖੁੱਲ੍ਹੇਆਮ ਹੁੰਦੀ ਹੈ। ਅੱਛਾ, ਮੇਰਾ ਸਵਾਲ ਹੈ ਕਿ ਤੁਸੀਂ TV ਚੈਨਲ ਤੇ ਜਾਂਦੇ ਹੋ, TV ਚੈਨਲ ਦੇ ਥੱਲੇ ਇੱਕ ਪੱਟੀ ਚੱਲਦੀ ਹੁੰਦੀ ਹੈ, ਆਮ ਆਦਮੀ ਪਾਰਟੀ ਦਾ ਨੁਮਾਇੰਦਾ ਹੈ, ਸ਼੍ਰੋਮਣੀ ਅਕਾਲੀ ਦਲ ਦਾ ਹੈ, BJP ਦਾ ਜਾਂ ਕਾਂਗਰਸ ਦਾ। ਹੈਰਾਨੀ ਹੁੰਦੀ ਹੈ ਵੀ ਅੱਜ ਜਿਹੜਾ ਆਮ ਆਦਮੀ ਪਾਰਟੀ ਵੀ ਸੀ, ਉਹਦੀ ਪੱਟੀ ਬਦਲ ਕੇ ਕੱਲ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਾਂ ਕਾਂਗਰਸ ਜਾਂ BJP ਦੀ ਹੋਗੀ। ਤੇ ਪੁੱਛ ਵੀ ਲੈਂਦੇ ਹੋ ਕਦੇ ਕਦੇ ਕਿ ਤੁਸੀਂ ਕੱਲ੍ਹ ਨੂੰ ਤਾਂ ਇਸ ਪਾਰਟੀ ਤੇ ਸੀ, ਅੱਜ ਨੂੰ ਇਸ ਪਾਰਟੀ ਵਿੱਚ ਹੋ ਗਏ। ਮੈਂ ਤਾਂ ਹੀ ਦੇਖਿਆ ਕਿ ਵਕੀਲ ਆ, ਇਹ ਕਾਰਕੁਨ ਨਹੀਂ ਹੈ ਪਾਰਟੀਆਂ ਦੇ। ਮੈਂ ਕਿਉਂ ਕਿਹਾ ਕਿ ਇੱਕ ਬੰਦਾ, ਇਹ ਨਾਂ ਨਹੀਂ ਲੈਣਾ ਚਾਹੀਦਾ, ਉਹ ਕੱਲ ਗਾਲਾਂ ਕੱਢ ਰਿਹਾ ਅਕਾਲੀ ਦਲ ਨੂੰ ਔਰ
ਜਾਣੀ ਬੀਜੇਪੀ ਦੇ ਹੱਕ 'ਚ ਧੂਆਂ ਧਾਰ ਵੱਡੀ ਆਵਾਜ਼ ਦੇ ਵਿੱਚ ਐਨ ਠਾ ਠਾ ਕਰ ਰਿਹਾ, ਓਏ ਤੁਹਾਨੂੰ ਰਗੜ ਦਿਆਂਗੇ, ਇੰਝ ਕਰ ਦਿਆਂਗੇ। ਅਗਲੇ ਦਿਨ ਆਉਂਦਾ ਤੇ ਉਹੀ ਬੰਦਾ ਉਹ ਗਾਲਾਂ ਕੱਢ ਰਿਹਾ ਬੀਜੇਪੀ ਨੂੰ ਤੇ ਅਕਾਲੀ ਦਲ ਦੇ ਗੁਣਗਾਨ ਕਰ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਜੇ ਤੁਸੀਂ ਇਹ ਦੇਖੋਗੇ ਕਿ ਜਦੋਂ ਇਹ ਹੈ ਕਿ ਉਹੀ ਬੰਦਾ ਜਿਹੜਾ ਕੱਲ ਅਕਾਲੀ ਦਲ ਦੇ ਵਿਰੋਧ ਵਿੱਚ ਕਰ ਰਿਹਾ ਸੀ, ਅੱਜ ਅਕਾਲੀ ਦਲ ਦੇ ਹੱਕ 'ਚ ਬੋਲ ਰਿਹਾ, ਤੇ ਤੁਹਾਨੂੰ ਮੈਂ ਕਹਿੰਦਾ ਸਾਨੂੰ ਕਿ ਜਨਤਾ ਨੂੰ ਵੀ ਬੜਾ ਭੁਲੇਖਾ ਲੱਗਦਾ ਹੋਊਗਾ ਕਿ ਇਹ ਕਿਤੇ ਗਲਤ ਤੇ ਨਹੀਂ ਕੋਈ ਬੋਲ ਰਿਹਾ, ਕਿਤੇ ਅੱਜ ਇਹਦਾ ਮਾਈਂਡ ਚੇਂਜ ਤੇ ਨਹੀਂ ਹੋ ਗਿਆ। ਇਹ ਤੇ ਰਾਤੋਂ ਰਾਤ ਜਿਹੜਾ ਤੁਸੀਂ ਪੁੱਛ ਲਿਆ ਕਦੇ ਯਾਰ ਮੈਨੂੰ ਤਾਂ ਭੁਲੇਖਾ ਪੈ ਗਿਆ, ਤੂੰ ਤਾਂ ਆਮ ਆਦਮੀ ਪਾਰਟੀ ਸੀ, ਅਕਾਲੀ ਦਲ ਜਾਂ ਕਾਂਗਰਸ ਕਿੱਧਰ ਚਲਾ ਗਿਆ, ਤੁਹਾਨੂੰ ਹੋਇਆ ਕਦੇ ਭਲਾ? ਚਲੋ ਭੁਲੇਖਾ ਤੇ ਚਲੋ ਜਦੋਂ ਬੰਦੇ ਦੱਸ ਦਿੰਦੇ, ਸਾਡਾ ਵੀ ਇੱਕ ਬਰਾਦਰੀ ਹੈ, ਸਾਰੇ ਜਿਹੜੇ ਸਪੋਕਸਮੈਨ ਹੁੰਦੇ ਆ ਵੀ ਆਪਾਂ ਕਿਸੇ ਨੂੰ ਠਿੱਠ ਤੇ ਨਹੀਂ ਕਰਦੇ, ਪਰ ਸਵਾਲ ਇਹ ਹੈ ਕਿ ਇਹਦਾ ਮਤਲਬ ਦਿਲ ਤੇ ਕਿਸੇ ਗੱਲ 'ਚ ਵੀ ਨਹੀਂ। ਲੋਕ ਭਰੋਸਾ ਇਹਨਾਂ ਪਾਰਟੀਆਂ ਤੇ ਕਿਵੇਂ ਕਰਨ? ਕੱਲ ਜਿਹੜਾ ਐਡੇ ਜੋਸ਼ ਦੇ ਨਾਲ ਬਾਹਾਂ ਹਿਲਾ ਕੇ ਇੱਕ ਪਾਰਟੀ ਨੂੰ ਗਾਲਾਂ ਕੱਢ ਰਿਹਾ, ਕੱਲ ਉਹਨੂੰ ਡਿਫੈਂਡ ਕਰ ਰਿਹਾ ਤੇ ਅਗਲੇ ਦਿਨ ਉਸੇ ਪਾਰਟੀ ਨੂੰ ਗਾਲਾਂ ਕੱਢ ਰਿਹਾ ਜਿਹਨੂੰ ਪਹਿਲੇ ਦਿਨ ਡਿਫੈਂਡ ਕਰ ਰਿਹਾ। ਇਹਦਾ ਮਤਲਬ ਤੇ ਹੈ ਕਿ ਕਮਿਟਮੈਂਟ ਕਿਤੇ ਨਹੀਂ ਹੈ। ਕਮਿਟਮੈਂਟ ਆਪਣੇ ਨਾਲ ਆ, ਪੈਸੇ ਨਾਲ ਆ, ਆਪਣੀ ਜਾਇਦਾਦ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਆ। ਇਹੋ ਜਿਹੀ ਰਾਜਨੀਤੀ ਚੱਲ ਰਹੀ। ਅੱਛਾ, ਹੁਣ ਲੋਕਾਂ ਦੀ ਗੱਲ ਕਰੀਏ, ਜਦੋਂ ਹੁਣ ਵੋਟਾਂ ਦਾ ਮੌਸਮ ਹੈ, ਘਰ ਘਰ ਨੇਤਾ ਪਹੁੰਚ ਗਏ ਨੇ ਵੋਟਾਂ ਲੈਣ ਵਾਸਤੇ ਵੀ ਵੋਟ ਸਾਨੂੰ ਪਾਓ, ਤੁਹਾਡੇ ਸੁਨਹਿਰੀ ਭਵਿੱਖ ਲਈ ਪਾਰਟੀ ਵਧੀਆ। ਕੱਲ ਨੂੰ ਜਦੋਂ ਉਹ ਲੀਡਰ ਜੰਪ ਮਾਰ ਕੇ ਹੋਰ ਪਾਰਟੀ ਜਾਊਗਾ, ਲੋਕਾਂ ਨੂੰ ਪੁੱਛੂਗਾ ਕਿ ਮੈਂ ਹੁਣ ਜਾਵਾਂ ਕਿ ਨਾ ਜਾਵਾਂ? ਇਹ ਤਾਂ ਬਿਨਾਂ ਲੋਕਾਂ ਨੂੰ ਪੁੱਛੇ ਚਲੇ ਜਾਂਦੇ ਨੇ। ਵੋਟਾਂ ਲੈਣ ਲਈ ਤਾਂ ਘਰ ਜਾਂਦੇ ਨੇ, ਪੁੱਛ ਵੀ ਲੈਣਾ ਲੋਕਾਂ ਨੂੰ ਵੀ ਹਾਂ ਵੀ ਜਾਵਾਂ ਕਿ ਨਾ ਦੂਸਰੀ ਪਾਰਟੀ ਵਿੱਚ। ਹਾਂ, ਉਹਨਾਂ ਨੂੰ ਇਹ ਹੁੰਦਾ ਕਿ ਚਲੋ ਜੇ ਆਹ ਫਲੋਕ ਪਿੱਛੇ ਹਟ ਜਾਊ, ਜਿਹਦੇ 'ਚ ਪਹਿਲੀ ਪਾਰਟੀ ਸੀ, ਇੱਕ ਨਵਾਂ ਪੈਰਲਲ ਵੀ ਤੇ ਖੜਾ, ਉਹ ਉਹਨੂੰ ਲੈ ਲੂਗਾ। ਇਹ ਇਹੀ ਗੱਲ ਆ ਕਿ ਘੱਟੋ ਘੱਟ ਲੋਕ ਜਿਹੜੇ ਆ ਉਹ ਹਮੇਸ਼ਾ ਸਾਰੇ ਪਾਸਿਓਂ ਹਾਰ ਜਾਂਦੇ ਆ, ਤੇ ਰਾਜਨੀਤਿਕ ਲੋਕ ਕਿਸੇ ਪਾਸਿਓਂ ਵੀ ਕੋਈ ਵੀ ਰੰਗ ਬੰਨ ਕੇ ਸਿਰ ਤੇ ਜਾਂ ਗਲ 'ਚ ਪਾ ਕੇ ਆ ਜਾਣ, ਉਹ ਜਿੱਤ ਜਾਂਦੇ। ਕਿਉਂਕਿ ਅਸਲ 'ਚ ਇਹੋ ਜਿਹੇ ਬੰਦੇ ਬਹੁਤੀਆਂ ਪਾਰਟੀਆਂ 'ਚ ਬੈਠੇ ਹੋਏ ਆ ਜਿਨ੍ਹਾਂ ਤੇ ਭਰੋਸਾ ਕਰਨਾ ਅਤੀ ਮੁਸ਼ਕਿਲ ਆ। ਇੱਕੋ ਇੱਕ ਜਿਹੜੀ ਰਿਵਾਈਵਲ ਹੈ, ਜਿਹੜੀ ਕਿਸਾਨ ਅੰਦੋਲਨ ਚੱਲਿਆ, ਇਹਨਾਂ ਨੇ ਇੱਕ ਪਹਿਲੀ ਵੱਡੀ ਜਨਤਕ ਮੂਵਮੈਂਟ ਖੜੀ ਕੀਤੀ ਹੈ ਜਿੱਥੇ ਜਨਤਾ ਦੀ ਸੁਣੀ ਜਾਂਦੀ ਆ, ਔਰ ਜਨਤਾ ਉਹਨਾਂ ਤੋਂ ਉਮੀਦਾਂ ਵੀ ਰੱਖ ਰਹੀ ਆ, ਔਰ ਜਨਤਾ ਨੂੰ ਉਹਨਾਂ ਦਾ ਬਹੁਤ ਫਾਇਦਾ ਵੀ ਹੋਇਆ। ਮੈਂ ਅੱਜ ਹੀ, ਤੁਸੀਂ ਵੀ ਪੜ੍ਹਿਆ ਹੋਣਾ, ਕੰਗਣਾ ਰਣੌਤ, ਉਹਨੇ ਕਿੱਡੇ ਵੱਡੇ ਜ਼ਹਿਰੀਲੇ ਬਿਆਨ ਤੇ ਕਿੰਨੇ, ਮੈਂ ਤੇ ਕਹੂੰਗਾ ਕਿ ਬਹੁਤ ਹੀ ਬਦਮਗਜ਼ੀ ਵਾਲੇ ਬਿਆਨ ਦਿੱਤੇ ਕਿ ਰੌਣ ਇੱਥੇ ਮਾਰ ਦੇਣਾ, ਸਿੱਖਾਂ ਨੂੰ ਉਦੋਂ ਕਰ ਦੇਣਾ, ਉਹ ਇੱਕ ਇੰਦਰਾ ਗਾਂਧੀ ਨੇ ਬਹੁਤ ਮਹਾਨ ਕੰਮ ਕੀਤਾ। ਇਹੋ ਜਿਹੀਆਂ ਗੱਲਾਂ ਕਰਨੀਆਂ ਇਹ ਉਹਦੇ ਲਈ ਠੀਕ ਨਹੀਂ ਹੈਗੀਆਂ। ਬਾਕੀ ਗੱਲਾਂ ਛੱਡੋ, ਰਿਸਕ ਹੈ। ਜੇ ਅੱਜ ਉਹ ਘਰੋਂ ਆ ਰਹੀ ਸੀ, ਰਾਹ 'ਚ ਘੇਰ ਲਿਆ ਅਗਲਿਆਂ ਨੇ, ਮਾਫੀ ਮੰਗ ਕੇ ਛੁੱਟੀ, ਔਰ ਉਹਨਾਂ ਨੇ ਉਹ ਜਿਹੜੀਆਂ ਔਰਤਾਂ ਨੇ ਘੇਰਿਆ ਸੀ ਉਹਨਾਂ ਨੂੰ ਮਾਂ ਬਰਾਬਰ ਜਾਂ ਮਾਂ ਕਹਿ ਕੇ ਕਿ ਮਾਫ ਕਰ ਦਿਓ, ਮੇਰੇ ਕੋਲ ਗਲਤੀ ਹੋ ਗਈ। ਕਹਿੰਦੀ ਮੈਂ ਤੇ ਕਿਹਾ ਹੱਦ ਹੋ ਗਈ। ਫਿਰ ਕਹਿਣ ਲੱਗਿਆ ਸੋਚਿਆ ਕਰੋ, ਜਾਂ ਤੇ ਕੁਛ ਖਾਂਦੀ ਪੀਂਦੀ ਹੈ, ਉਹਨੂੰ ਪਤਾ ਨਹੀਂ ਲੱਗਦਾ ਜਦੋਂ ਇਹੋ ਜਿਹਾ ਬਿਆਨ ਲਿਖ ਦਿੰਦੀ ਹੈ। ਕੋਈ ਗੱਲ ਤੇ ਹੈਗੀ ਆ, ਜਾਂ ਉਹਦੇ ਦਿਮਾਗੀ ਸਾਈਕੈਟ੍ਰਿਕ ਪੇਸ਼ੈਂਟ ਆ, ਫਿਰ ਉਹਨੂੰ ਮੈਂ ਤਾਂ ਕਈ ਵਾਰੀ ਕਿਹਾ ਉਹਨੂੰ ਚੈੱਕ ਕਰਾਉਣਾ ਚਾਹੀਦਾ। ਕਹਿਣ ਦਾ ਮੇਰਾ ਮਤਲਬ ਕਿ ਜੋ એનર્ਜੀ ਸਮਾਜ ਦੇ ਅੰਦਰ ਸ਼ਕਤੀ ਔਰ ਉਹਨਾਂ 'ਚ ਚੇਤਨਤਾ ਔਰ ਇੱਕ ਆਤਮ ਵਿਸ਼ਵਾਸ ਹੁਣ ਜਨਰੇਟ ਹੋ ਗਿਆ, ਇੱਕ ਬੜੀ ਸਾਡੇ ਲਈ ਸੁਹਾਵਣੀ, ਇੱਕ ਤੁਸੀਂ ਸਮਝੋ ਇੱਕ ਚੰਗੀ ਸ਼ੁਰੂਆਤ ਹੈਗੀ ਹੈ। ਔਰ ਇਸੇ ਨੂੰ ਜਾਰੀ ਰੱਖਣਾ ਚਾਹੀਦਾ। ਕਿਸਾਨ ਵੀਰਾਂ ਨੂੰ ਇਹ ਸਮਝਣਾ ਚਾਹੀਦਾ, ਕਈਆਂ ਦੇ ਮਨ ਦੇ ਵਿੱਚ ਲੱਡੂ ਭੁਰ ਰਹੇ ਆ। ਮੈਂ ਤਾਂ ਕਈ ਵਾਰੀ ਕਹਿੰਦਾ ਕਿ ਆਪਾਂ ਉੱਥੇ ਵੜ ਕੇ ਹੋਰ ਅੱਗੇ ਚਲੇ ਜਾਈਏ ਵੀ ਸਾਨੂੰ ਇੰਨਾ ਰੁਤਬਾ ਮਿਲ ਗਿਆ, ਵਾਹਵਾਹੀ ਮਿਲ ਗਈ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਇਹ ਵਾਹਵਾਹੀ ਤੁਸੀਂ ਜਨਤਾ ਦੇ ਹੱਕ 'ਚ ਡਟ ਕੇ ਕਲੈਕਟਿਵਲੀ ਰਲ ਕੇ ਖੜੇ ਆ, ਇੱਕ ਸੋਲਿਡ ਚਟਾਨ ਦੇ ਵਾਂਗੂ ਤਾਂ ਤੁਹਾਡੀ ਹੋਈ ਹੈ। ਤੇ ਜੇ ਤੁਸੀਂ ਇਸੇ ਨੂੰ ਹੀ ਗਾਂ ਆਪਣੇ ਨਿੱਜੀ ਕੈਰੀਅਰ ਨੂੰ, ਰਾਜਨੀਤਿਕ ਕੈਰੀਅਰ ਨੂੰ ਕਹੋਗੇ ਤੇ ਇਹੀ, ਜੇ ਬਾਕੀ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਕਹੋਗੇ ਤੇ ਇਹੀ, ਪਰ ਜੇ ਤੁਸੀਂ ਉਧਰ ਨੂੰ ਚਲੇ ਜਾਓਗੇ ਤਾਂ ਫਿਰ ਜਿਸ ਤਰ੍ਹਾਂ ਕੰਗਣਾ ਰਣੌਤ ਜਾਂ ਹੋਰ ABC ਕਿਸੇ ਨੂੰ ਵੀ ਕਾਲੇ ਝੰਡੇ ਦਿਖਾਉਂਦੇ ਆ, ਫਿਰ ਉਹੋ ਹੀ ਡੰਡੇ ਤੁਹਾਡੇ ਵੱਲ ਆਉਣਗੇ। ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੀਆਂ ਮੂਵਮੈਂਟ ਦੇ ਲੀਡਰ ਹੁੰਦੇ ਆ, ਹਰਮਨ ਪਿਆਰੇ ਲੀਡਰ ਹੁੰਦੇ ਆ, ਉਹਨਾਂ ਦਾ ਗਰੰਟਰ ਜਨਤਾ ਹੁੰਦੀ ਹੈ। ਔਰ ਜਦੋਂ ਪੋਲਿਟਿਕਸ 'ਚ ਚਲੇ ਜਾਂਦੇ ਆ ਤੇ ਫਿਰ ਤੁਹਾਨੂੰ ਸਟੇਟ ਦਬਾਏ ਜਾਂ ਤੁਹਾਨੂੰ ਖਦੇੜੇ, ਇਹ ਫਿਰ ਸਟੇਟ ਦੀ ਜ਼ਿੰਮੇਵਾਰੀ ਹੈ। ਅੱਛਾ, ਹੋਰ ਸਵਾਲ ਹੈ ਮੇਰਾ, ਤੁਸੀਂ ਜਦੋਂ TV ਚੈਨਲ ਤੇ ਜਾਂਦੇ ਹੋ, ਜਦੋਂ ਡਿਬੇਟ ਹੁੰਦੀ ਹੈ, ਡਿਬੇਟ ਤੋਂ ਪਹਿਲਾਂ ਜਾਂ ਡਿਬੇਟ ਤੋਂ ਬਾਅਦ ਜਿਹੜੇ ਸ਼ਖਸ ਆਪਸ ਵਿੱਚ ਭਿੜਦੇ ਹੁੰਦੇ ਨੇ, ਵਿੱਚ ਬਾਅਦ ਵਿੱਚ ਜਾ ਕੇ ਕਹਿੰਦੇ ਨੇ, ਜਾਂ ਆਪਸ ਵਿੱਚ ਮੁਲਾਕਾਤ ਹੁੰਦੀ ਹੈ ਉਹਨਾਂ ਦੀ, ਚਾਹੇ ਕੋਈ ਵੀ ਸਿਆਸੀ ਲੀਡਰ ਦਾ ਨੁਮਾਇੰਦਾ ਹੋਵੇ, ਵੀ ਠੀਕ ਆ ਤਾਂ ਮੈਂ ਤਾਂ ਬਹੁਤ ਵਧੀਆ TV ਤੇ ਬੋਲਿਆ, ਮੈਂ ਬਹੁਤ ਵਧੀਆ ਕੀਤਾ, ਜਾਂ ਤੂੰ ਵੀ ਬੜਾ ਵਧੀਆ ਬੋਲਿਆ, ਹੁੰਦੀ ਹੈ ਪਿੱਛੇ ਤੇ ਚਾਹ ਪੀਂਦੇ ਹੋਣਗੇ ਇਕੱਠੇ, ਤੁਸੀਂ ਪੀਂਦੇ ਹੋਗੇ ਨਾਲ? ਮੈਂ ਕਿਹਾ ਕਈ ਵਾਰੀ ਜੱਫੇ ਪਏ ਆ, ਕਈ ਵਾਰੀ ਐਂ ਲੱਗਦਾ। ਮੈਂ ਤੁਹਾਨੂੰ ਕੰਕਰੀਟ 'ਚ ਹੀ ਕਹਿ ਦਿੰਦਾ ਆ। ਹੁਣ ਜਗਤਾਰ ਸਿੰਘ ਸੰਘਾ, ਅਸੀਂ ਬਹੁਤ ਦੇਰ ਦੇ ਇੱਕੋ ਯੂਨੀਵਰਸਿਟੀ 'ਚੋਂ ਪੜ੍ਹੇ, ਇੱਕੋ ਕਮਰੇ 'ਚ ਰਹੇ ਆ। ਉਹ ਆਮ ਆਦਮੀ ਪਾਰਟੀ ਦਾ, ਮੈਂ ਤੇ ਨਿਊਟਰਲ ਆ, ਮੈਂ ਵੀ ਕਿਸੇ ਵੇਲੇ ਆਮ ਆਦਮੀ ਪਾਰਟੀ 'ਚ ਸਾਲ ਲਾ ਕੇ ਪਤਾ ਲੈ ਲਿਆ ਵੀ ਨਹੀਂ, ਇਹ ਉਹ ਗੱਲ ਨਹੀਂ ਹੈ ਜੋ ਕਹਿੰਦੇ ਆ।
ਤਾਂ ਜਦੋਂ ਆਪਾਂ ਬਹਿਸ ਕਰਦੇ ਹਾਂ ਉਦੋਂ ਅਸੀਂ ਆਪਣੇ ਤੌਰ ਤੇ ਆਪਣੇ ਆਈਡੀਆ ਨੂੰ ਡਿਫੈਂਡ ਕਰਦੇ ਹਾਂ, ਆਪਣੀ ਪੋਜੀਸ਼ਨ ਨੂੰ ਡਿਫੈਂਡ ਕਰਦੇ ਹਾਂ। ਅਸੀਂ ਇੱਕ ਦੂਜੇ ਦੇ ਵਿਰੁੱਧ ਥੋੜ੍ਹੀ ਹੁੰਦੇ ਹਾਂ। ਬਾਅਦ ਵਿੱਚ ਉਹ ਚਾਹ ਪੀਂਦੇ ਆ ਡਿਬੇਟ ਤੋਂ ਬਾਅਦ ਇਹ ਵੀ ਕਹਿ ਦੂ ਸੌਰੀ ਪ੍ਰੋਫੈਸਰ ਸਾਹਿਬ ਮੈਨੂੰ ਕਹਿਣਾ ਪਿਆ ਏ ਕਿਉਂਕਿ ਮੈਂ ਆਪਣੀ ਪਾਰਟੀ ਨੂੰ ਡਿਫੈਂਡ ਕਰਨਾ ਸੀ, ਡੋਂਟ ਟੇਕ ਇਟ ਈਜ਼ੀ ਜਿਹਨੂੰ ਕਹਿੰਦੇ ਆ। ਇਹ ਗੱਲਾਂ ਦੇਖੋ ਪਿੰਡਾਂ ਵਿੱਚ ਕਿਉਂ ਇਹਨਾਂ ਨੇ ਹਾਲਾਤ ਕੀਤੇ ਹੋਏ ਨੇ? ਪਿੰਡਾਂ ਵਿੱਚ ਤਾਂ ਇੱਕ ਦੂਜੇ ਦਾ ਲੋਕ ਸਿਰ ਪਾੜਨ ਤੱਕ ਜਾਂਦੇ ਨੇ ਸਿਆਸੀ ਪਾਰਟੀਆਂ ਲੈ ਕੇ, ਤੁਸੀਂ ਕਹਿੰਦੇ ਪਿੱਛੇ ਚਾਹਾਂ ਪੀਂਦੇ ਨੇ। ਉਹ ਗੱਲ ਹੋ ਰਿਹਾ, ਅਸੀਂ ਆਈਡੀਆ ਦੇ ਡਿਫੈਂਡਰ ਆ, ਉਹ ਰੀਅਲ ਪੋਲਿਟਿਕਸ ਦੇ ਡਿਫੈਂਡਰ ਆ। ਅਸੀਂ ਵੀ ਠੀਕ ਆ। ਜਿਸ ਤਰ੍ਹਾਂ ਇੱਕ ਪੁਲਿਸ ਹੈ ਤੇ ਪੁਲਿਸ ਨੇ ਤਾਂ ਇਨਸਾਫ ਕਰਨਾ, ਉਹਨੇ ਆਪਣੀ ਡਿਊਟੀ ਕਰ ਦਿੱਤੀ। ਅਸੀਂ ਆਪਣੇ ਆਈਡੀਆ ਨੂੰ ਉੱਥੇ ਨਹੀਂ ਕੰਪਰੋਮਾਈਜ਼ ਹੋਣਾ ਚਾਹੀਦਾ। ਇੱਕ ਸੋਚ ਨੂੰ, ਇੱਕ ਪਾਰਟੀ ਨੂੰ, ਇੱਕ ਵਿਚਾਰ ਨੂੰ, ਜਿਸ ਤਰ੍ਹਾਂ ਮੈਂ ਇੱਕ ਵਿਚਾਰ ਨੂੰ ਡਿਫੈਂਡ ਕਰਦਾ ਜਾਂ ਕਹਿ ਲਓ ਕਿ ਲੋਕਾਂ ਦਾ ਵਕੀਲ ਦੇ ਤੌਰ ਤੇ ਪੇਸ਼ ਹੋਣਾ, ਤੇ ਕੁਦਰਤੀ ਆ ਜਿਹੜੇ ਆਮ ਬੰਦੇ ਆ ਉੱਥੇ ਤਾਂ ਕੱਲ ਵੋਟਾਂ ਉਹ ਰੀਅਲ ਪੋਲਿਟਿਕਸ ਦੇ ਵਿੱਚ ਉਹ ਧਰਾਤਲ ਤੇ ਆ, ਉਹ ਤੇ ਇਸ ਗੱਲ ਦੇ ਉੱਤੇ ਲੜਾਈ ਦੇਣਗੇ ਵੀ ਹਾਂ ਉਹ ਵਿਚਾਰ ਠੀਕ ਹੈ ਕਿ ਉਹ ਵਿਚਾਰ ਗਲਤ ਹੈ। ਉਹਨਾਂ ਦੀ ਆਪਸ ਵਿੱਚ ਫਿਰ ਉਹ ਜੋੜ ਤੋੜ ਹੁੰਦੀ ਹੈ। ਕਦੇ ਇਹੋ ਜਿਹਾ ਹੋਇਆ ਵੀ ਟੀਵੀ ਚੈਨਲ ਤੇ ਜਾ ਕੇ ਵੀ ਕੋਈ ਸ਼ਖਸ ਨੇ ਤੁਹਾਨੂੰ ਪੁੱਠਾ ਬੋਲਤਾ ਹੋਵੇ, ਬਾਅਦ ਚ ਕਿਹਾ ਹੋਵੇ, ਮਾਫੀ ਮੰਗੀ ਹੋਵੇ, ਜਾਂ ਆਪਸ ਵਿੱਚ ਸਿਆਸੀ ਪਾਰਟੀਆਂ ਜੋ ਨੇ ਬੜਿਆ ਦੇਖਦਾ ਗਾਲ ਗਲੋਚ ਵੀ ਹੋ ਜਾਂਦੀ ਹੈ, ਬਾਅਦ ਚ ਬੀਪਾ ਨਾਲ ਲਾ ਕੇ ਚਲਾਉਂਦੇ ਨੇ, ਸੋਸ਼ਲ ਮੀਡੀਆ ਦੇ ਵੀ ਚੱਲਦੀਆਂ ਨੇ ਜਾਂ ਟੀਵੀ ਚੈਨਲ ਦੇ ਵੀ ਚੱਲਦੀਆਂ ਨੇ। ਫਿਰ ਹੁੰਦੀ ਪਿੱਛੇ ਜਾ ਕੇ ਚਰਚਾ ਅੱਜ ਤਾਂ ਬੜਾ ਮੈਂ ਪੁੱਠਾ ਬੋਲਿਆ, ਜਾਂ ਕਾਂਗਰਸ ਦਾ ਲੀਡਰ ਸ਼੍ਰੋਮਣੀ ਅਕਾਲੀ ਦਲ ਕੋਲ ਮਾਫੀ ਮੰਗ ਰਿਹਾ, ਸ਼੍ਰੋਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਕੋਲ ਮਾਫੀ ਮੰਗ ਰਿਹਾ ਵੀ ਬਹੁਤ ਗਲਤ ਬੋਲਿਆ ਗਿਆ, ਹੁਣ ਛੱਡ ਦਿਓ। ਦੱਸਦਾ ਹਾਲਾਤ ਹੁਣ ਤੁਸੀਂ ਬਹੁਤੇ ਪੋਤੜੇ ਫੋਲਣ ਵਾਲੇ ਆ ਵਿਜੇ ਜੀ, ਬਹੁਤ ਬੋਲਦੇ ਆ। ਇੱਕ ਵਾਰੀ ਰਿਕਾਰਡ ਹੋ ਰਹੇ ਸਟੂਡੀਓ ਦੇ ਵਿੱਚ ਦੋ ਸਪੀਕਰ ਦੋ ਅਲੱਗ-ਅਲੱਗ ਪਾਰਟੀਆਂ ਦੇ ਹੂਰੋ ਮੁੱਕੀ ਹੋ ਗਏ, ਕੁੱਟ ਕਟਈਆ ਹੋ ਗਿਆ ਕਿ ਥੱਲੇ ਵੀ ਡਿੱਗ ਪਿਆ। ਉਹ ਚੰਗੀ ਗੱਲ ਹੈ ਕਿ ਉਹਨਾਂ ਨੇ ਚਲਾਇਆ ਨਹੀਂ। ਹਾਲਤ ਤੇ ਇੱਥੇ ਤੱਕ ਹੋ ਜਾਂਦੀ ਹੈ। ਮੇਰੇ ਨਾਲ ਵੀ ਕਈਆਂ ਦੇ ਪੰਗੇ ਹੋ ਗਏ ਸ਼ੁਰੂ ਚ। ਹੁਣ ਮੈਂ ਥੋੜੇ ਘੱਟ ਕਰਦਾ, ਹੁਣ ਲੋਕ ਵੀ ਬਹੁਤਾ ਮੇਰੇ ਤੇ ਅਟੈਕ ਉਸ ਕਿਸਮ ਦਾ ਨਹੀਂ ਕਰਦੇ ਜਿਵੇਂ ਉਦੋਂ ਕਰਦੇ ਸੀ। ਤਾਂ ਘਰ ਫਿਰ ਨੀਂਦ ਤੇ ਆਉਂਦੀ ਨਹੀਂ ਕਿਸੇ ਨੂੰ ਵੀ। ਜਦੋਂ ਤੁਸੀਂ ਇੱਕ ਵਾਧੂ ਡਿਸਪ੍ਰਪੋਰਸ਼ਨੇਟ ਬੋਲਦੇ ਆ ਤੇ ਆਤਮਾ ਦੇ ਅੰਦਰ ਤੁਹਾਡੀ ਹੁੰਦੀ ਆ। ਕਈਆਂ ਨੇ ਕਿਹਾ ਜਾ ਕੇ ਬਹੁਤ ਗਲਤ ਹੋ ਗਈ, ਗਲਤ ਹੋ ਗਿਆ, ਦਿਲ ਤੇ ਨਾ ਲਾਇਓ ਜਾਂ ਫਲਾਣਾ। ਮੈਨੂੰ ਉਹਨਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ, ਮੈਂ ਕਾਫੀ ਉਸ ਗੱਲੋਂ ਥਿੱਕ ਸਕੈਂਡ ਆ, ਕਿਉਂਕਿ ਹਰ ਬੰਦਾ ਆਪਣੇ ਆਪਣੀਆਂ ਉਮੀਦਾਂ ਨਾਲ ਚੱਲਿਆ, ਉਹਦੇ ਤੇ ਆਪਣੇ ਦਬਾਅ। ਕਿਹੜੀ ਪਾਰਟੀ ਦੇ ਬੰਦੇ ਸੀ? ਇੰਝ ਨਹੀਂ ਕਹਿਣਾ, ਇੰਝ ਨਹੀਂ, ਉਹ ਬਹੁਤ ਚੰਗਾ ਕਿਸੇ ਦਾ ਉਹ ਕਰੈਕਟਰ ਅਸੈਸੀਨੇਸ਼ਨ ਹੋ ਜੂਗੀ। ਇਹ ਸਾਡਾ ਜਿਹੜਾ ਕੋਡ, ਨਾਮ ਨਾ ਦੱਸੋ, ਪਾਰਟੀ ਦਾ ਨਾਮ ਦੱਸੋ। ਪਾਰਟੀਆਂ ਦਾ ਚਲੋ ਦੱਸ ਦੇਣਾ, ਕਾਂਗਰਸ 'ਚ ਸੀ ਇੰਨਾ ਕਿਤੇ, ਚਲੋ ਮੈਂ ਦੂਸਰੇ ਪਾਰਟੀ ਵਾਲੇ ਕਾਂਗਰਸ ਦੇ ਅਕਾਲੀ ਸੀ ਜਿਹੜੇ ਲੜੇ ਸੀਗੇ, ਚਲੋ ਇੰਨਾ ਕੁ ਮੈਂ ਦੱਸ ਦਿੰਦਾ। ਇਹਦੇ 'ਚ ਕੋਈ ਗੱਲ ਇਹ ਹੋ ਜਾਂਦਾ ਕਦੀ ਕਦੀ। ਤੇ ਬਾਕੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮੇਰਾ ਖਿਆਲ ਹੈ ਕਿ ਉੱਥੇ ਸਾਰੀ ਦੁਨੀਆ ਦੇਖ ਰਹੀ ਹੁੰਦੀ ਆ। ਸਾਨੂੰ ਵੀ ਸ਼ੁਡ ਨਾਟ ਜੰਪ ਦਾ ਗਨ ਜਿਹਨੂੰ ਕਹਿੰਦੇ ਆ, ਸਾਨੂੰ ਇੱਕ ਡੈਕੋਰਮ 'ਚ ਰਹਿਣਾ ਚਾਹੀਦਾ ਸਾਨੂੰ, ਕਿਉਂਕਿ ਜੇ ਕੋਈ ਜ਼ਿਆਦਾ ਕਰਦਾ ਨਾ, ਉਹ ਕੋਈ ਉਹਦੀ ਵਾਹਵਾਹੀ ਨਹੀਂ ਹੁੰਦੀ, ਉਹ ਲੋਕ ਜੱਜ ਹੁੰਦੇ ਉਸ ਵੇਲੇ। ਜਦੋਂ ਤੁਸੀਂ ਬੋਲਦੇ ਆ ਮੀਡੀਆ ਦੇ ਵਿੱਚ ਤੇ ਲੋਕ ਤੁਹਾਨੂੰ ਲਗਾਤਾਰ ਸੁਣ ਕੇ ਜੱਜ ਕਰ ਰਹੇ ਹੁੰਦੇ ਆ, ਨੰਬਰ ਉਹਨਾਂ ਨੇ ਦੇਣੇ ਆ ਐਗਜ਼ਾਮ ਹੈ। ਤੇ ਇਸ ਕਰਕੇ ਅਸੀਂ ਆਪਣੀ ਸਿਰ 'ਚ ਆਪ ਹੀ ਸਵਾਹ ਪਾ ਰਹੇ ਹੁੰਦੇ ਆ ਜਦੋਂ ਅਸੀਂ ਠੀਕ ਢੰਗ ਦੇ ਨਾਲ ਉੱਥੇ ਨਹੀਂ ਕਰਦੇ। ਅਸੀਂ ਉਹਨਾਂ ਆਡੀਅנס ਦੀ ਵੀ ਬੇਇੱਜ਼ਤੀ ਕਰ ਰਹੇ ਹੁੰਦੇ ਆ ਕਿ ਜਿਹੜੇ ਆਪਣਾ ਟਾਈਮ ਤੁਹਾਨੂੰ ਦੇ ਰਹੇ ਆ ਦੇਖਣ ਦੇ। ਤੇ ਇਹ ਤੇ ਮੇਰਾ ਖਿਆਲ ਸਾਰੇ ਹੀ ਜਿਹੜੇ ਉੱਥੇ ਸਪੋਕਸ ਪਰਸਨ ਆਉਂਦੇ ਆ ਉਹਨਾਂ ਨੂੰ ਇਸ ਗੱਲ ਦਾ ਥੋੜਾ ਧਿਆਨ ਦੇਣਾ ਚਾਹੀਦਾ। ਅੱਛਾ, ਹੁਣ ਜਦੋਂ ਲੋਕਾਂ ਦੀ ਪਿੰਡਾਂ ਦੀ ਗੱਲ ਕਰੀ, ਮੈਂ ਲੋਕਾਂ ਦੇ ਪਾਸੇ ਆਮ ਲੋਕਾਂ ਦੇ ਪਾਸੇ ਜੋ ਵੋਟਰ ਹੈ, ਜੋ ਵੋਟ ਕਰਨ ਜਾਂਦਾ, ਆਪਾਂ ਦੇਖਦੇ ਹਾਂ ਵੀ ਸਿਆਸੀ ਪਾਰਟੀਆਂ ਦੇ ਕਾਰਨ ਪਿੰਡ ਵਿੱਚ ਇੱਕ ਦੂਜੇ ਦੀ ਖਾਦ ਵੀ ਹੋ ਜਾਂਦੀ ਹੈ, ਇੱਕ ਦੂਜੇ ਨੂੰ ਲੋਕ ਪਸੰਦ ਨਹੀਂ ਕਰਦੇ, ਇੱਕ ਦੂਜੇ ਨਾਲ ਦੁਸ਼ਮਣੀ ਪੈ ਜਾਂਦੀ ਪਿੰਡਾਂ ਦੇ ਵਿੱਚ ਜਾ ਕੇ। ਦੂਸਰੇ ਪਾਸੇ ਟੀਵੀ ਚੈਨਲ ਤੇ ਬੈਠ ਕੇ ਡਿਬੇਟ ਹੁੰਦੀ ਹੈ, ਸਾਰੇ ਜਿੰਨੇ ਵੀ ਸਿਆਸਤਦਾਨ ਹੈ ਉਹ ਪਿੱਛੇ ਤੁਸੀਂ ਕਹਿੰਦੇ ਵੀ ਚਾਹ ਵੀ ਪੀਂਦੇ ਨੇ ਜਾ ਕੇ। ਫਿਰ ਇੱਕ ਉਹ ਵਾਲਾ ਮਾਹੌਲ ਜੋ ਟੀਵੀ ਚੈਨਲ ਦੇ ਪਿੱਛੇ ਚਾਹ ਪੀਣੀ ਤੇ ਇੱਕ ਪਿੰਡਾਂ ਵਾਲਾ ਮਾਹੌਲ, ਫਿਰ ਦੋਨੋਂ 'ਚ ਕੀ ਫਰਕ ਹੈ? ਕਿਉਂਕਿ ਪਿੰਡਾਂ ਵਾਲੇ ਲੋਕ ਅੱਜ ਵੀ ਜੇ ਕਿਸੇ ਪਾਰਟੀ ਨਾਲ ਹੁੰਦੇ ਨੇ, ਉਹ ਕਹਿੰਦੇ ਦਿਲੋਂ ਪਾਰਟੀ ਨਾਲ ਜੁੜੇ ਹੋਏ ਆ, ਇੱਕ ਦੂਜੇ ਨਾਲ ਰੰਜਿਸ਼ਾਂ ਨੇ, ਦੁਸ਼ਮਣੀਆਂ ਨੇ। ਇੱਕ ਹੈ ਅਸੂਲਨ ਲੜਾਈ, ਵਿਚਾਰ ਦੀ ਲੜਾਈ। ਉਹ ਇੱਕ ਆਪਣਾ ਬਹੁਤ ਵੱਡਾ ਯੁੱਧ ਆ। ਜੇ ਤੁਸੀਂ ਵਿਚਾਰ 'ਚ ਹਾਰ ਗਏ, ਤਰਕ 'ਚ ਹਾਰ ਗਏ, ਅਸੂਲ ਤੇ ਹਾਰ ਗਏ, ਦੂਜੇ ਨੇ ਤੁਹਾਨੂੰ ਚਿੱਤ ਕਰਤਾ ਤੇ ਉਹ ਜਿਹੜੇ ਵੇਖ ਰਹੇ ਆ ਉਹਨਾਂ ਨੇ ਵੀ ਬਦਲਣਾ। ਉਹਨਾਂ ਕਹਿਣਾ ਯਾਰ ਇਹ ਤਾਂ ਸਾਨੂੰ ਕਰ ਨਹੀਂ ਸਕੇ। ਉਹ ਗੱਲ ਬਿਲਕੁਲ ਅਲੱਗ ਆ। ਜਿਹੜੀ ਪਿੰਡਾਂ 'ਚ ਹੋ ਰਹੀ ਆ ਵੋਟ ਮੋਬਿਲਾਈਜ਼ ਕਰਨ ਦੀ, ਲੋਕ ਲੜਦੇ ਆ, ਜਿਹੜੀ ਤੁਸੀਂ ਗੱਲ ਕਹਿੰਦੇ ਡਾਂਗਾ ਚੁੱਕ ਲੈਂਦੇ, ਸਿਰ ਪਾੜ ਦਿੰਦੇ ਆਪਣੇ, ਉਹ ਰੀਅਲ ਪੋਲਿਟਿਕਸ ਆ, ਉਹ ਪੋਲੀਟੀਕਲ ਮੂਵ ਹੈਗੀ। ਪਿੰਡ 'ਚ ਰਹਿੰਦੇ ਆ, ਦੋ ਧੜੇ ਆ, ਤਿੰਨ ਧੜੇ ਆ ਬਣੇ ਹੋਏ, ਤੇ ਇੱਕ ਧੜਿਆ ਇੱਕ ਪਾਰਟੀ ਨਾਲ, ਦੂਜਾ ਧੜਾ ਦੂਜਾ, ਤੀਜਾ ਤੀਜੇ ਨਾਲ।
ਤੇ ਜੇ ਉਹ ਉੱਥੇ ਆਪਣੇ ਆਪ ਨੂੰ ਡਿਫੈਂਡ ਨਹੀਂ ਕਰਨਗੇ, ਦੂਜਾ ਧੜਾ ਤੁਹਾਡੇ ਤੇ ਹਾਵੀ ਹੋ ਜਾਊਗਾ। ਉਹ ਰੀਅਲ ਪੋਲਿਟਿਕਸ ਹੈ। ਉਹ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਦੀ ਪੋਲਿਟਿਕਸ ਹੁੰਦੀ ਪਿੰਡ ਵਾਲੀ, ਉਹ ਉਹੋ ਜਿਹੀ ਹੈ। ਇਹ ਵਿਚਾਰ ਦੀ ਪੋਲਿਟਿਕਸ ਹੈ। ਇਹ ਅਰੀਨਾ, ਇਹ ਅਖਾੜਾ ਅਲੱਗ ਆ, ਉਹ ਅਖਾੜਾ ਅਲੱਗ ਆ। ਇੱਕ ICT ਜਿਹਨੂੰ ਕਹਿੰਦੇ ਆ, ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਵਾਲਾ ਅਖਾੜਾ, ਜਿਹਦੇ ਰਾਹੀਂ ਵਿਚਾਰ ਗੋਲੀ ਵਾਂਗੂ ਜਾਣੀ ਬਿਜਲੀ, ਅਸਮਾਨੀ ਬਿਜਲੀ ਵਾਂਗੂ ਭੱਜ ਕੇ ਜਾਂਦੇ ਲੋਕਾਂ ਕੋਲ। ਪਰ ਉੱਥੇ ਤੇ ਉਹਨਾਂ ਨੇ ਰੋਜ਼ਮਰਾ ਦਾ ਜੀਵਨ ਜਿਹੜਾ ਅਸਲ ਵਿੱਚ ਧਰਾਤਲ ਦੇ ਪਾਵਰ ਦਾ ਬੈਲੈਂਸ ਕੀ ਹੈ, ਸੱਤਾ ਦਾ ਆਪਸ ਵਿੱਚ ਬੈਲੈਂਸ ਕੀ ਹੈ, ਉਹ ਕਿਹਨੂੰ ਲੈ ਗਿਆ, ਆਹ ਕਿਹਨੂੰ ਆ ਗਿਆ। ਮੇਰੇ ਉੱਥੇ ਉਹ ਕਬੂਤਰਾਂ ਵਾਲੀ ਛਤਰੀ ਤੇ, ਕਿਤੇ ਕਬੂਤਰ ਐਸ ਖੇਮੇ 'ਚ ਉੱਡ ਕੇ ਦੂਜੇ ਦੀ ਛਤਰੀ ਤੇ ਨਾ ਬਹਿ ਜਾਣ ਪਿੰਡ ਵਿੱਚ, ਉਹ ਤਾਂ ਲੜਦੇ ਆ ਕਿ ਮੇਰੇ ਕਬੂਤਰ ਮੇਰੇ ਕੋਲ ਰਹਿਣ, ਉਹਦੇ ਕਬੂਤਰ ਉਹਦੇ ਕੋਲ ਰਹਿਣ। ਰਾਤ ਦਿਨ ਮੈਂ ਉਹਦੇ ਕਬੂਤਰ 4 ਉਡਾ ਕੇ ਲੈ ਮਾ ਇੱਧਰ। ਅੱਛਾ, ਕਿਤੇ ਹੋਇਆ ਵੀ ਤੁਸੀਂ ਤਾਂ ਚਲੋ ਡਿਬੇਟ ਤੇ ਜਾਂਦੇ ਹੋ, ਤੁਸੀਂ ਤਾਂ ਸਾਰੇ ਦੀ ਗੱਲ ਜਿਵੇਂ ਤੁਸੀਂ ਕਹਿੰਦੇ ਵੀ ਰੱਖਦੇ ਹੋ ਜਾ ਕੇ, ਕਦੇ ਕਿਸੇ ਲੀਡਰ ਨੇ ਤੁਹਾਨੂੰ ਕਹਿਤਾ ਹੋਵੇ, ਕੋਈ ਵੀ ਸਿਆਸੀ ਪਾਰਟੀ ਦਾ ਹੋਵੇ, ਵੀ ਯਾਰ ਮੇਰੇ ਕੋਲ ਤਾਂ ਦੂਜੇ ਪਾਸੋਂ ਜ਼ਿਆਦਾ ਪੈਸੇ ਮਿਲਦੇ ਨੇ, ਉਹ ਮੈਨੂੰ ਇੰਨੇ ਪੈਸੇ ਦੇ ਦਿਆ ਵੀ ਸਾਡੀ ਪਾਰਟੀ 'ਚ ਆ ਜਾ, ਜਾਂ ਤੁਹਾਡਾ ਕਦੇ ਮਸ਼ਵਰਾ ਕੀਤਾ ਕਿਸੇ ਲੀਡਰ ਨੇ ਵੀ ਉਹ 200 ਕਰੋੜ ਦੇ ਦਿਆ, 300 ਕਰੋੜ ਦੇ ਦਿਆ, ਤੇਰੀ ਬੱਸਾਂ ਚਲਾ ਦਾਂਗੇ, ਤੈਨੂੰ ਪੰਪ ਦੇ ਦਾਂਗੇ, ਕਦੀ ਜ਼ਿਕਰ ਕੀਤਾ ਕਿਸੇ ਲੀਡਰ ਨੇ? ਇਹ ਸਾਰਾ ਕੁਝ ਹੁੰਦਾ। ਸਾਡੇ ਕੋਈ ਬਹੁਤ ਕਲੋਜ਼ ਫਰੈਂਡ ਆ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ, ਉਹ ਰਹੇ ਹੋਏ ਆ, ਉਹਨਾਂ ਦੇ ਕੋਲ ਕਈਆਂ ਪਾਰਟੀਆਂ ਨੇ, ਜਾਣੀ ਵੱਡੀਆਂ ਪਾਰਟੀਆਂ ਜਿਸ ਤਰ੍ਹਾਂ ਹੁਣ BJP ਆ, ਉਹਦੇ ਲਈ 100 ਕਰੋੜ ਐਵੇਂ ਆ ਜਿਵੇਂ 100 ਰੁਪਈਆ ਹੁੰਦਾ। ਕਿਉਂਕਿ ਗਾਂ ਜਿਹੜੇ ਦੇਣ ਵਾਲੇ ਉਹ ਵੀ ਬੜੀਆਂ ਮੋਟੀਆਂ ਅਸਾਮੀਆਂ, ਆਪਾਂ ਨੂੰ ਕੋਈ ਬਹੁਤਾ ਬਾਰ-ਬਾਰ ਕਹਿਣ ਦੀ ਲੋੜ ਨਹੀਂ। ਇਸ ਲਈ ਉਹਨਾਂ ਲਈ ਪੋਲੀਟੀਕਲ ਬੰਦਿਆਂ ਨੂੰ ਖਰੀਦਣਾ, ਜਾਂ ਪੂਰੀ ਪੋਲੀਟੀਕਲ ਪਾਰਟੀ ਨੂੰ ਹੀ ਖਰੀਦ ਲੈਣਾ, ਜਾਂ ਪੂਰੇ ਹੀ ਵੱਡੇ ਸੈਕਸ਼ਨ ਮੀਡੀਆ ਨੂੰ ਖਰੀਦ ਲੈਣਾ, ਉਹ ਐਂ ਮਾੜਾ ਜਿਹਾ ਜਾਣੀ ਅੱਖ ਦੇ ਭਲੇ ਚਮਕਣ ਜਿੰਨਾ ਇਸ਼ਾਰੇ ਨਾਲ ਹੀ ਸਾਰਾ ਕੁਝ ਹੋ ਜਾਂਦਾ। ਇਹ ਇੱਕ ਦੁੱਖ ਦੀ ਗੱਲ ਆ ਕਿ ਜੇ ਅਸੀਂ ਲੋਕਾਂ ਕੋਲ ਸਹੀ ਵਿਚਾਰ ਵੀ ਨਾ ਮੀਡੀਆ ਰਾਹੀਂ ਪਹੁੰਚਣ ਦਿਆਂਗੇ, ਫਿਰ ਮੀਡੀਆ ਕਾਹਦਾ, ਉਹ ਤਾਂ ਫਿਰ ਪ੍ਰਾਪੇਗੰਡਾ ਦਾ ਇੱਕ ਸਾਧਨ ਹੋ ਜੂ ਨਾ। ਅੱਜ ਜੋ ਜਿਹਨੂੰ ਗੋਦੀ ਮੀਡੀਆ ਕਹਿੰਦੇ, ਹੋਇਆ ਤੁਹਾਡੇ ਵਰਗੇ ਬੰਦੇ ਜਿਹੜੇ ਯੰਗ ਮੁੰਡੇ ਆ, ਜਾਂ ਛੋਟਾ ਮੀਡੀਆ ਜਿਹੜਾ ਲੋਕਲ ਮੀਡੀਆ, ਉਹ ਚਰਚਾਵਾਂ ਦੇ ਰਾਹੀਂ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਚਾ ਰਿਹਾ। ਜਿਹੜਾ ਵੱਡਾ ਮੀਡੀਆ, ਆਰਗੇਨਾਈਜ਼ਡ ਮੀਡੀਆ, ਉਹਦੇ ਤੇ ਕਾਰਪੋਰੇਟਾਂ ਦਾ ਉਂਝ ਹੀ ਕਬਜ਼ਾ, ਜਿਵੇਂ ਬਾਕੀ ਸਾਰੀ ਅਰਥ ਵਿਵਸਥਾ ਤੇ ਆ ਤੇ ਰਾਜਨੀਤੀ ਤੇ ਵੀ ਹੈ। ਨਹੀਂ, ਮੇਰਾ ਸਵਾਲ ਇਹ ਸੀ, ਕਿਸੇ ਲੀਡਰ ਨੇ ਤੁਹਾਨੂੰ ਕਿਹਾ ਵੀ ਮੈਨੂੰ ਤਾਂ ਇੰਨੇ ਕਰੋੜ ਮਿਲਦੇ ਨੇ, ਜਾਵਾਂ ਕਿ ਨਾ ਜਾਵਾਂ, ਕੋਈ ਸਿਆਸੀ ਪਾਰਟੀ 'ਚ ਦੂਜੀ ਸਿਆਸੀ ਪਾਰਟੀ ਵਾਲੇ ਪਾਸੇ? ਨਹੀਂ, ਇਸ ਤਰ੍ਹਾਂ ਦੀ ਮੇਰੇ ਕੋਲ ਤੇ ਗੱਲ ਨਹੀਂ ਹੋਈ ਘੱਟੋ ਘੱਟ ਵੀ ਕੋਈ ਮੈਨੂੰ ਇੰਜ ਗੱਲ ਕਹੇ ਕਿ ਸਵਾਲ ਆਈ ਹੋਵੇ ਕਿਸੇ ਨੇ। ਨਾ ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਮੇਰੇ ਕੋਲ ਸਵਾਲ ਆ ਲਊ ਤੇ ਪੁੱਠੀ ਮਿਲਣੀ ਹੈ। ਮੇਰੇ ਕੋਲ ਸਲਾਹ ਕਿਉਂ ਲਊਗਾ? ਮੈਂ ਕਿਉਂ ਉਹਨੂੰ ਕਹੂੰਗਾ ਕਿ ਪੈਸੇ ਲੈ ਕੇ ਇੰਜ ਕਰ ਤੇ ਇੰਜ ਕਰ। ਪਰ ਇਹ ਗੱਲ ਮੇਰੇ ਕੋਲ ਜ਼ਰੂਰ ਆਈ ਵੀ ਕੋਈ ਬੰਦਾ ਉਹਦੇ ਕੋਲ ਕੋਈ ਲੈ ਕੇ ਆਇਆ ਸੀ 100 ਕਰੋੜ, ਕੋਈ 200 ਕਰੋੜ, ਜਿਹਦੇ ਤੇ ਭਰੋਸਾ ਕੀਤਾ ਜਾ ਸਕਦਾ। ਉੱਥੋਂ ਮੈਨੂੰ ਅੰਦਾਜ਼ਾ ਲੱਗਦਾ ਕਿ ਜਦੋਂ ਮੁੱਲ ਪੈਂਦੇ ਆ, ਜਿਹੜੀ ਮੈਂ ਕਹਿੰਦਾ ਆ ਰਾਜਨੀਤਿਕ ਸੱਟਾ ਬਾਜ਼ਾਰ ਚੱਲਿਆ ਹੋਇਆ, ਹੁਣ ਸਾਰੀਆਂ ਬੰਦਿਆਂ ਦੇ ਮੁੱਲ ਪੈ ਰਹੇ ਆ ਜਿਹੜੇ, ਉਹ ਬੜਾ ਗਰਮ ਆ ਇਸ ਵੇਲੇ, ਤੇ ਇਹੋ ਜਿਹੀਆਂ ਬੋਲੀਆਂ ਤੇ ਲੱਗਦੀਆਂ। ਅੱਛਾ, ਕਿ TV ਚੈਨਲ ਵਾਲੇ ਤੁਸੀਂ ਜਾਣਦੇ ਹੋ ਹਰ ਇੱਕ ਜਗ੍ਹਾ ਦੇ ਉੱਤੇ, TV ਚੈਨਲ ਵਾਲੇ ਨੇ ਕਿਹਾ ਵੀ ਇਹਦੇ ਪੱਖ 'ਚ ਬੋਲਣਾ, ਉਹਦੇ ਪੱਖ 'ਚ ਨਹੀਂ ਬੋਲਣਾ, ਇਹਦੇ ਪੱਖ 'ਚ ਗੱਲ ਕਰਨੀ, ਉਹਦੇ ਪੱਖ 'ਚ ਗੱਲ ਨਹੀਂ ਕਰਨੀ? ਮੇਰਾ ਖਿਆਲ ਮੇਰੇ ਸਾਹਮਣੇ ਤੇ ਘੱਟੋ ਘੱਟ, ਤੁਹਾਨੂੰ ਕਿਸੇ ਨੇ ਕਿਹਾ? ਮੇਰੇ ਸਾਹਮਣੇ ਤੇ ਘੱਟੋ ਘੱਟ ਕਿਸੇ ਦੀ ਕੋਈ ਜ਼ਰੂਰਤ ਨਹੀਂ ਪਈ ਹੈ। ਇਹ ਇੰਟਰਪਰਸਨਲ ਗੱਲਾਂ ਤੋਂ ਕੋਈ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇ, ਜਿਸ ਤਰ੍ਹਾਂ ਉਹ ਛੋਟੇ ਚੈਨਲਾਂ ਵਾਲੇ, ਜਿਹੜੇ ਫਾਰਮਲ ਚੈਨਲਾਂ ਵਾਲੇ ਆ, ਜਿਸ ਤਰ੍ਹਾਂ ਜਿਹੜੇ ਵੱਡੇ ਐਸਟੈਬਲਿਸ਼ TV ਚੈਨਲ ਜਿਨ੍ਹਾਂ ਨੂੰ ਕਹਿ ਲਓ, ਕੁਛ YouTube ਚੈਨਲ ਜਾਂ ਵੈਬ ਚੈਨਲ ਆ, ਉਹਨਾਂ 'ਚ ਤਾਂ ਕਈ ਵਾਰੀ ਕਹਿ ਦਿੰਦੇ ਆ, ਇੰਜ ਨਹੀਂ ਕਹਿਣਗੇ ਉਹ ਆ ਕੇ, ਇੰਨੀ ਕਿਸੇ ਦੀ ਜ਼ਰੂਰਤ ਨਹੀਂ ਹੈ ਵੀ ਤੁਸੀਂ ਇੰਜ ਬੋਲੋ, ਫਿਰ ਮੈਂ ਨਹੀਂ ਮੁੜ ਕੇ ਉੱਤੇ ਇੰਟਰਵਿਊ ਦਊਂਗਾ। ਜੇ ਕੋਈ ਮੈਨੂੰ ਆ ਕੇ ਕਹੇ ਕਿ ਇਹਦੇ 'ਚ ਆਹ ਗੱਲ ਕਹਿਣੀ ਚਾਹੀ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿਸੇ ਦੀ। ਹਾਂ, ਉਹ ਆਪਣੀਆਂ ਆਰਗੂਮੈਂਟ ਤੋਂ ਇਹ ਜ਼ਰੂਰ ਇੰਪਰੈਸ਼ਨ ਦੇ ਜਾਂਦੇ ਆ ਕਿ ਮੈਂ ਇੱਥੇ ਕਿ ਜੇ ਖੜਾ, ਤੇ ਉੱਥੋਂ ਸਾਨੂੰ ਉਹਦੇ ਨਾਲ ਕੁਛ ਲੈਣਾ ਦੇਣਾ ਨਹੀਂ। ਦੇਖੋ, ਅਸੀਂ ਜ਼ਿੰਦਗੀ ਦੇ ਆਖਰੀ ਪੜਾਅ 'ਚ ਆ। ਇੰਨਾ ਕੁਝ ਸਮਾਜ ਨੇ, ਦੇਸ਼ ਨੇ, ਪੰਜਾਬ ਨੇ, ਤੁਹਾਡੇ ਵੀਰਾਂ ਭਰਾਵਾਂ ਨੇ ਸਾਨੂੰ ਦਿੱਤਾ, ਸਾਨੂੰ ਹੋਰ ਚਾਹੀਦਾ ਹੀ ਨਹੀਂ ਕੁਝ। ਅਸੀਂ ਤਾਂ ਕਹਿੰਦੇ ਕਿ ਜੋ ਸਾਨੂੰ ਮਿਲ ਗਿਆ ਅਸੀਂ ਵਾਪਸ ਕਰ ਜਾਈਏ ਕਿਸੇ ਤਰੀਕੇ ਨਾਲ। ਜੇ ਕੋਈ ਜਿੰਨਾ ਕੁ ਕਰ ਜਾਂਗੇ, ਸਾਡੀ ਉਹੋ ਹੀ ਸ਼ਾਂਤੀ ਦੀ ਸਾਨੂੰ ਜੀਵਨ ਮਿਲਦਾ, ਉਹਦੇ ਨਾਲ ਹੀ ਸਾਨੂੰ ਸ਼ਾਮ ਨੂੰ ਸੈਟਿਸਫੈਕਸ਼ਨ ਹੁੰਦੀ ਹੈ ਵੀ ਅੱਜ ਅਸੀਂ ਬਹੁਤ ਦੇ ਦਿੱਤਾ। ਸਾਡਾ ਕੁਛ ਜਦ ਲੈਣਾ ਦੇਣਾ ਨਹੀਂ, ਕਿਸੇ ਦੀ ਜ਼ਰੂਰਤ ਪਊਗੀ ਕਿਵੇਂ ਸਾਡੇ ਸਾਹਮਣੇ ਇਸ ਕਿਸਮ ਦੀ, ਨਾ ਅਸੀਂ ਕਿਸੇ ਦੇ ਸਾਹਮਣੇ ਇਸ ਗੱਲ ਲਈ ਕੰਪਰੋਮਾਈਜ਼ ਕਰਾਂਗੇ। ਕਿਉਂਕਿ ਜੇ ਕਿਸੇ ਨੇ ਕਿਸੇ ਤੋਂ ਕੁਛ ਲੈਣਾ, ਫਿਰ ਉਹ ਸੋਚੂ ਯਾਰ ਇੰਝ ਹੀ ਕਹਿ ਦੇਣਾ, 4 ਪੈਸੇ ਹੀ ਮਿਲਣਗੇ, ਸਾਨੂੰ ਤਾਂ ਕੁਛ ਇਹੋ ਜਿਹੀ ਜ਼ਰੂਰਤ ਨਹੀਂ ਹੈ। ਇਸ ਲਈ ਜੇ ਮੈਨੂੰ ਤਾਂ ਇਹ ਹੈ ਕਿ ਮੀਡੀਆ ਤੋਂ ਕਈ ਵਾਰੀ ਜਿਹੜੇ ਇੱਧਰੋਂ ਉੱਧਰੋਂ ਕਈ ਬੰਦੇ ਰੈਗੂਲਰ ਜਦੋਂ ਸਾਨੂੰ ਅਸਾਈਨਮੈਂਟ ਦਿੰਦੇ ਆ, 4 ਪੈਸੇ ਮਿਲਦੇ, ਮੈਂ ਤਾਂ ਵੰਡ ਵੁੰਡੀ ਦਿੰਦਾ ਇੱਧਰ ਉੱਧਰ, ਵੀ ਕੀ ਕਰਨੇ ਆ। ਜਦੋਂ ਮੇਰੇ ਕੋਲ ਮੇਰੇ ਜਿੰਨੇ ਕਿ ਜੇ ਲੋੜ ਆ ਮੈਨੂੰ ਹੈਗੇ, ਮੇਰੇ ਕੋਲ ਵੱਧ ਨਾਲ ਤੇ ਲੈ ਨਹੀਂ ਜਾਣੇ, ਇੱਥੇ ਲੋਕਾਂ ਨੇ ਲੁੱਟਣੇ ਆ ਬਾਅਦ ਵਿੱਚ। ਮੇਰਾ ਖਿਆਲ ਹੈ ਕਿ ਜੇ ਆਪਾਂ ਥੋੜ੍ਹਾ ਜਿਹਾ ਵਿਜੇ ਜੀ ਸ਼ਾਂਤੀ ਦੇ ਵਿੱਚ ਰਹੀਏ ਤੇ ਆਪਣੇ ਲੋੜਾਂ ਨੂੰ, ਦੇਖੋ ਇਹ ਰੱਬ ਨੇ ਜਿੱਥੇ ਬੰਦਾ ਪੈਦਾ ਕੀਤਾ ਉਹਦੀਆਂ ਲੋੜਾਂ ਉਹ ਪੂਰਾ ਕਰਦਾ, ਉਹ ਤੇ ਕੁੱਤੇ ਦੀ ਵੀ ਪੂਰੀ ਕਰਦਾ, ਬੰਦੇ ਦੀ ਤੇ ਕਿਉਂ ਨਹੀਂ ਕਰੂਗਾ।
ਅਸੀਂ ਲਾਲਚ ਵਿੱਚ ਮਰਦੇ ਆ, ਉਦੋਂ ਇਹ ਸਾਰੇ ਕੰਮ ਜਿਹੜੇ ਤੁਹਾਡੇ ਸਵਾਲ ਹੈ ਨਾ, ਲਾਲਚ ਜਦੋਂ ਕਰਦੇ ਆ ਤੁਸੀਂ ਉਦੋਂ ਮਰਦੇ। ਤੇ ਫਿਰ ਆਖਰੀ ਸਵਾਲ ਹੈ ਕਿ ਸਿਆਸੀ ਪਾਰਟੀਆਂ ਜਿੰਨੀਆਂ ਵੀ ਵਿਅਕਤੀ ਨੇ, ਜੋ ਹੁਣ ਚੋਣਾਂ ਦਾ ਮੌਸਮ ਹੈ, ਇੱਕ ਦੂਜੇ ਪਾਰਟੀਆਂ ਛੱਡ ਕੇ ਜਾ ਰਹੇ ਨੇ, ਕੋਈ ਕਿਹੜੀ ਪਾਰਟੀ ਜਾ ਰਿਹਾ, ਕੋਈ ਕਿਹੜੀ ਪਾਰਟੀ ਜਾ ਰਿਹਾ, ਕੋਈ ਦੀਨ ਈਮਾਨ ਹੁੰਦਾ ਇਹਨਾਂ ਦਾ, ਜਾਂ ਪਾਰਟੀਆਂ ਦੇ ਸਿਆਸਤਦਾਨਾਂ ਨੇ ਲਿਆ ਵੀ ਸਾਡੀ ਸੀਟ ਪੱਕੀ ਰਹਿ ਜਾਵੇ। ਸ਼੍ਰੋਮਣੀ ਅਕਾਲੀ ਦਲ ਵਿੱਚ ਨਾ ਸੀ, ਕਾਂਗਰਸ ਵਿੱਚ ਨਾ ਸੀ, ਬੀਜੇਪੀ 'ਚ ਨਾ ਸੀ, ਆਮ ਆਦਮੀ ਪਾਰਟੀ ਦੇ ਵਿੱਚ, ਕਿ ਵੋਟ। ਇਹ ਤੁਹਾਡਾ ਬਹੁਤ ਇੰਪੋਰਟੈਂਟ ਸਵਾਲ ਆ। ਇਹਨਾਂ ਨੂੰ ਮਜਬੂਰਨ ਵਸ ਲੋਕਾਂ ਕੋ ਜਾਣਾ ਪੈਂਦਾ, ਕਿਉਂਕਿ ਸਾਡਾ ਸੰਵਿਧਾਨ ਇਹੋ ਜਿਹਾ ਹੈ ਕਿ ਤੁਸੀਂ ਸੱਤਾ 'ਚ ਜੇ ਰਹਿਣਾ ਤੇ ਵੋਟਾਂ ਲੈਣੀਆਂ ਪੈਣੀਆਂ। ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਇਹ ਵੀ ਸ਼ਾਰਟਕਟ ਕਰ ਦੇਣਗੇ, ਕੋਈ ਲੋੜ ਨਹੀਂ ਹੈ। ਜਾਂ ਥੋੜ੍ਹੇ ਜਿਹੇ ਲੋਕਾਂ ਦੀਆਂ, ਤੁਹਾਨੂੰ ਪਤਾ ਪਹਿਲਾਂ ਲਿਮਟਿਡ ਫਰੈਂਚਾਈਜ਼ ਸੀਗੀ, ਕੁਝ ਪ੍ਰਾਪਰਟੀ ਜਿਹਦੀ ਜਿੰਨੀ ਸੀ ਉਹਨੂੰ ਹੀ ਵੋਟਾਂ ਪਾਉਣ ਦਾ ਅਧਿਕਾਰ ਸੀ ਕਿਤੇ, ਇਹ ਜਾਂ ਬਿਲਕੁਲ ਹੀ ਡਿਕਟੇਟਰਸ਼ਿਪ ਆਰਮੀ ਦੇ ਨਾਲ ਨਾ ਲਾ ਦੇਣ ਵੀ ਬਾਰ-ਬਾਰ ਖਰਚਾ ਇਹ ਕਾਹਨੂੰ ਕਰਨਾ, ਲੋਕ ਬੜੇ ਭੂਤਰੇ ਹੋਏ ਆ, ਇਹਨਾਂ ਨੂੰ ਕੀ ਲੋੜ ਆ, ਉਂਝ ਇਹਨਾਂ ਤੇ ਰਾਜ ਕਰੋ, ਇਹੋ ਜਿਹਾ ਹੋ ਸਕਦਾ। ਅਸਲੀਅਤ ਇਹ ਹੈ ਬਹੁਤ ਇੱਕਾ ਦੁੱਕਾ ਪੋਲੀਟੀਸ਼ੀਅਨ ਨੂੰ ਜਿਨ੍ਹਾਂ ਨੇ ਤੁਸੀਂ ਪੋਟਿਆਂ ਤੇ ਗਿਣ ਸਕਦੇ ਆ, ਜਿਹੜੇ ਬਿਲਕੁਲ ਸਹੀ ਹੋਣਗੇ। ਸਹੀ ਦਾ ਮਤਲਬ ਕਰਪਸ਼ਨ ਨਹੀਂ ਕਰਦੇ, ਦਿਆਨਤਦਾਰੀ ਨਾਲ, ਸੋਚ 2 ਜਾਂ 3 ਹਾਂ 100 ਚੋਂ 2-3 ਮੁਸ਼ਕਲ ਨਾਲ ਹੀ ਹੋਣਗੇ, ਬਸ 3% ਲਾ ਲਓ ਤੁਸੀਂ, ਇੰਨੇ ਕੀ ਹੋਣਗੇ, ਨਹੀਂ ਤੇ ਸਿਸਟਮ ਵੈਸੇ ਵੀ ਨਹੀਂ ਛੱਡਦਾ। ਬਾਕੀ ਸਿਸਟਮ ਇੰਜ ਬਣ ਗਿਆ ਵੀ ਕਿ ਜੇ ਤੁਸੀਂ ਕਰਪਸ਼ਨ ਨਹੀਂ ਕਰਦੇ, ਲੁੱਟ ਖੋਹ ਨਹੀਂ ਕਰਦੇ, ਕਿਉਂਕਿ ਪਹਿਲਾਂ ਹੀ ਖਰਚਿਆ ਹੁੰਦਾ ਐਡਵਾਂਸ ਤੁਸੀਂ ਇਲੈਕਸ਼ਨਾਂ 'ਚ ਹੀ ਇੰਨਾ, ਜਦੋਂ ਇਲੈਕਸ਼ਨਾਂ 'ਚ ਤੁਸੀਂ ਡਿਸਪ੍ਰਪੋਰਸ਼ਨੇਟ ਇਨਵੈਸਟਮੈਂਟ ਕਰਤੀ, ਜਿੱਥੇ ਤੁਹਾਨੂੰ 5 ਲੱਖ ਦਾ ਖਰਚਾ ਸੀ ਤੁਸੀਂ 5 ਕਰੋੜ ਕਰਤਾ, ਜਿੱਥੇ ਤੁਹਾਨੂੰ 1 ਕਰੋੜ ਦਾ ਖਰਚਾ ਸੀ ਤੁਸੀਂ 50 ਕਰੋੜ ਕਰਤਾ। ਜੇ ਤੁਸੀਂ ਪਹਿਲਾਂ ਹੀ ਇੰਨਾ ਖਰਚਾ ਕੀਤਾ ਤੇ ਉਹ ਕਿੱਥੋਂ ਕਰੋਗੇ? ਘਰੋਂ ਤੇ ਕਰੋਗੇ ਨਹੀਂ, ਘਰੋਂ ਤੇ ਹੁੰਦੇ ਵੀ ਨਹੀਂ ਹੈ। ਉਹ ਜਿਨ੍ਹਾਂ ਕੋਲ ਲੈ ਕੇ ਕੀਤਾ ਉਹਨਾਂ ਨੇ ਕਹਿਣਾ ਮੇਰਾ ਕੰਮ ਕਰ, ਪੁੱਠੇ ਸਿੱਧੇ ਕੰਮ ਕਰ। ਉਹ ਫਿਰ ਸਾਰੇ ਹੀ ਪਾਰਟੀਆਂ ਜਿਹੜੀਆਂ ਬਾਰ-ਬਾਰ ਬਦਲਦੇ ਤੁਸੀਂ ਗੱਲ ਕਹਿੰਦੇ ਆ, ਇਸ ਕਰਕੇ ਸਾਡੀ ਰਾਜਨੀਤਿਕ ਜਮਾਤ ਪੂਰੀ ਦੀ ਪੂਰੀ ਉਹ ਮਾਰਕੀਟ 'ਚ ਖੜੀ ਆ। ਕੋਈ ਪਾਰਟੀ ਉਹਨਾਂ ਨੂੰ ਲੈ ਜੇ, ਪਰ ਜਿਹੜਾ ਉਹਨੇ ਗਲਤ ਕੰਮ ਕੀਤੇ ਉਹ ਐਕਸਪੋਜਰ ਸਰਸਾ ਕਿਉਂ ਗਿਆ? ਉਹਦੇ ਉਹੀ 65 ਲੱਖ ਦੀ ਗੱਲ ਸੀ ਨਾ, ਜਿਹੜੀ ਉਹਨਾਂ ਨੇ ਕੋਈ ਝੂਠੀ ਜਾਂ ਸੱਚੀ FIR ਦਰਜ ਕੀਤੀ, ਉਹਨੂੰ ਕਿਹਾ ਚੱਲ ਉਹ ਦੇਖ ਲੈ ਜੇਲ੍ਹ, ਨਹੀਂ ਤੇ ਇੱਧਰ ਆ ਜਾ। ਇਹ ਸਮੁੱਚੇ ਤੁਸੀਂ ਰਾਜਨੀਤਿਕ ਜਮਾਤ ਦਾ ਸਮਝ ਲਓ ਕਿ ਤਕੜਾ ਜਿਹੜਾ ਜਿਉਂ ਹੀ ਅੱਖ ਦਿਖਾਉਂਦਾ ਅਗਲਾ ਰਾਤ ਨੂੰ ਸੌਂਦਾ ਨਹੀਂ ਕਿ ਲੈ ਯਾਰ ਸਵੇਰੇ ਮੈਨੂੰ ਲੈ ਗਿਆ, ਮੇਰੀ ਪ੍ਰਾਪਰਟੀ ਵੀ ਜਾਊਗੀ, ਆ ਵੀ ਜਾਊਗਾ, ਐਦਾ ਇਹਨੇ ਉਹਨੂੰ ਰਾਤ ਭਰ ਨੀਂਦ ਨਹੀਂ। ਲੋਕਾਂ ਦਾ ਕੋਈ ਲੈਣ ਦੇਣ ਨਹੀਂਗਾ, ਲੋਕਾਂ ਨੂੰ ਕੋਈ ਮਤਲਬ ਨਹੀਂ, ਲੋਕ ਵੋਟ ਪਾਉਂਦੇ ਪਏ ਨੇ, ਲੋਕਾਂ ਦਾ ਕੁਝ ਨਹੀਂ ਹੈਗਾ ਵੀ ਆਪਨੇ ਆਪ ਨੂੰ ਬਚਾਓ। ਨਹੀਂ ਤੇ ਪੰਜਾਬ ਨੰਬਰ 1 ਸੂਬਾ ਜਿਹਨੇ ਰਾਜ ਕੀਤਾ ਹੋਵੇ, ਜਿਹੜਾ ਅੱਜ ਵੀ ਰਾਜ ਕਰ ਸਕਦਾ, ਸਾਰੀ ਦੁਨੀਆ 'ਚ ਰਾਜ ਕਰਨ ਦੇ ਕਾਬਿਲ ਹੈ, ਇੰਨੇ ਸਰਬ ਸ਼ਕਤੀਮਾਨ ਤੇ ਇੰਨੇ ਤਕੜੇ ਫਲਸਫੇ ਦੇ ਤੌਰ ਤੇ ਇਹ ਪੰਜਾਬੀ ਲੋਕ ਹੈਗੇ ਆ, ਉਹਨੂੰ ਤੁਸੀਂ ਕਿੱਥੇ ਖੜਾ ਕਰ ਦਿੱਤਾ? ਅੱਜ ਹਾਲਾਤ ਕੀ ਕਰ ਦਿੱਤੀ ਹੈ ਕਿ ਤੁਸੀਂ ਸੁਸਾਈਡ ਕਰਨ ਲੱਗ ਪਏ। ਕੋਈ ਕਿੰਨੀ ਦੇਰ ਤੇ ਸਾਨੂੰ ਵਿਸ਼ਵਾਸ ਨਹੀਂ ਸੀ ਹੁੰਦਾ ਕਿ ਸਾਡਾ ਜਿਹੜਾ ਕਿਸਾਨ ਭਰਾ ਆ, ਜਿਹੜਾ ਤਲਵਾਰ ਔਰ ਹਲ ਇਕੱਠਾ ਹੀ ਰੱਖਦਾ ਉੱਥੇ ਖੇਤ ਦੇ ਵਿੱਚ, ਕਿ ਉਹ ਆਤਮ ਹੱਤਿਆ ਕਰ ਲੂਗਾ। ਇਹਨਾਂ ਨੇ ਮਿਹਨਤ ਕਰਕੇ ਉਹਨੂੰ ਇੰਨਾ ਕਮਜ਼ੋਰ ਕੀਤਾ ਆ। ਹੁਣ ਦੁਬਾਰਾ ਮੇਰਾ ਖਿਆਲ ਹੈ ਇਸ ਮੂਵਮੈਂਟ ਤੋਂ, ਕਿਸਾਨ ਮੂਵਮੈਂਟ ਤੋਂ ਬਾਅਦ ਲੋਕਾਂ ਦੇ ਵਿੱਚ ਇੱਕ ਵਾਰੀ ਹਿੰਮਤ ਆਈ ਹੈ ਔਰ ਇਹਨਾਂ ਨੂੰ ਸੂਤਰ ਕਰਨਗੇ। ਤੇ ਸਾਡੀ ਗੱਲਬਾਤ ਸੁਣੀਏ, ਸਾਡੇ ਨਾਲ ਮੌਜੂਦ ਸਨ ਪ੍ਰੋਫੈਸਰ ਮਨਜੀਤ ਸਿੰਘ। ਇੰਟਰੋ ਕਰਨ ਦਾ ਮਕਸਦ ਇਹ ਸੀ ਕਿ ਸਿਆਸੀ ਪਾਰਟੀਆਂ ਵਿੱਚੋਂ ਨੁਮਾਇੰਦੇ ਨਿਕਲ ਕੇ ਜਾ ਰਹੇ ਨੇ ਦੂਜੇ ਪਾਸੇ, ਕਿ ਵੋਟਰਾਂ ਦਾ ਵੀ ਖਿਆਲ ਹੁੰਦਾ। ਜਦੋਂ ਵੋਟ ਮੰਗਣ ਜਾਂਦੇ ਤਾਂ ਘਰ ਘਰ ਜਾਂਦੇ ਨੇ, ਜਦੋਂ ਕਿਸੇ ਹੋਰ ਸਿਆਸੀ ਪਾਰਟੀ ਵੀ ਜਾਂਦੇ ਨੇ ਤਾਂ ਕੀ ਉਹੀ ਲੋਕਾਂ ਨਾਲ ਚਰਚਾ ਹੁੰਦੀ ਹੈ ਕਿ ਜਿੱਧਰ ਨੂੰ ਜੀ ਕੀਤਾ ਉੱਧਰ ਨੂੰ ਚੱਲ ਪਏ, ਜਾਂ ਕਿਸੇ ਪਿੱਛੇ ਏੜੀ ਲਾਤੀ, ਜਾਂ ਕਿਸੇ ਪਿੱਛੇ ਇਨਕਮ ਟੈਕਸ ਲਗਾ ਦਿੱਤਾ ਵੀ ਠੀਕ ਹੈ ਨਹੀਂ ਆਏਗਾ ਤਾਂ ਅਸੀਂ ਐਂ ਕਾਬੂ ਕਰ ਲਾਂਗੇ। ਬੜਾ ਕੁਝ ਹੁੰਦਾ ਰਿਹਾ ਪਿਛਲੇ ਕਈ ਸਾਲਾਂ ਵਿੱਚ, ਹੁਣ ਵੀ ਹੁੰਦਾ ਪਿਆ। ਪਰ ਲੋਕ ਤਾਂ ਸਿਰਫ ਇੱਕ ਵੋਟਰ ਨੇ, ਜਿਹਨੂੰ ਤੁਸੀਂ ਵੋਟ ਪਾਣੀ ਉਹਨੂੰ ਸਵਾਲ ਕਰਿਆ ਜੀ ਵੀ ਤੁਸੀਂ ਪਿਛਲੇ ਸਾਲਾਂ ਵਿੱਚ ਕੀ ਕੀਤਾ ਤੇ ਆਉਣ ਵਾਲੇ ਸਮੇਂ 'ਚ ਕੀ ਕਰੋਗੇ। ਤੁਹਾਡੇ ਸਵਾਲ ਉਹਨਾਂ ਨੂੰ ਚੁਭਣਗੇ ਜ਼ਰੂਰ, ਪਰ ਕਿਤੇ ਨਾ ਕਿਤੇ ਇੱਕ ਜਾਗ ਆਏਗੀ। ਜੇ ਅੱਜ ਸਵਾਲ ਕਰੋਗੇ, ਹੋ ਸਕਦਾ ਕਿ ਤੁਹਾਡੇ ਆਉਣ ਵਾਲੇ ਜੋ ਬੱਚੇ ਨੂੰ ਵੀ ਸਵਾਲ ਕਰਨ, ਫਿਰ ਕਿਤੇ ਨਾ ਕਿਤੇ ਜਾਗ ਆਏਗੀ। ਨਹੀਂ ਤਾਂ ਫਿਰ ਚੁਰਾਹ ਤਾਂ ਹੈਗਾ ਹੀ ਹੈ, ਚੁਰਾਹ ਤਾਂ ਇੱਥੇ ਹੈਗੇ ਨੇ, ਚੰਡੀਗੜ੍ਹ ਬਹੁਤ ਚੁਰਾਹੇ ਨੇ, ਕਿਤੇ ਵੀ ਆ ਕੇ ਖੜ ਜਾ ਜੇ ਡਿਗਰੀਆਂ ਹੱਥ 'ਚ ਲੈ ਕੇ ਤਾਂ ਨੌਕਰੀਆਂ ਮੰਗ ਲਿਆ ਜੇ ਵੀ ਸਾਨੂੰ ਨੌਕਰੀਆਂ ਦਿਓ, ਜੇ ਸਵਾਲ ਨਹੀਂ ਕਰੋਗੇ ਤਾਂ।